एक ओंकार सतनाम करता पुरख निरभव निर्वैर अकाल मूरत अजूनी गुर प्रसाद वाहिगुरु 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 जी का खालसा वाहिगुरु जी की फतेह। गुरमुखी क्लास गुरबाणी सां आप सारे वीर भैन जो जुड़ बैठे हो गुरु दी गोद दे अंदर सारिਆਂ ਨੂੰ मैं जियाया आखदा हां। सारिਆਂ ਨੂੰ बेनती करता होया अज का जो विषय है आप जी नाल साझा करांगा। आप जानते हो पहला गुरमुखी दे कुछ अखर कुछ वावल कुछ शब्द कुछ लाइनां पंक्तियां ਉਹ ਗੁਰਬਾਣੀ ਗ੍ਰਾਮਰ ਅਨੁਸਾਰ ਉਹਨਾਂ ਦਾ ਉਚਾਰਨ ਸਮਝਾਂਗੇ। ਫਿਰ ਉਸ ਤੋਂ ਬਾਅਦ ਆਸਾ ਕੀ ਵਾਰ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ ਉਹ ਆਪ ਜੀ ਦੇ ਨਾਲ ਲੜੀਵਾਰ ਜੋ ਅੱਜ 8ਵੀਂ ਪੌੜੀ ਹੈ ਉਹ ਸਾਂਝੀ ਕਰਾਂਗੇ। ਤੇ ਉਸ ਪੌੜੀ ਦਾ ਸੈਂਟਰਲ ਆਈਡੀਆ ਜੋ ਅਖੀਰਲੀ ਲਾਈਨ ਹੈ ਸਤਿਗੁਰੂ ਜੀ ਨੇ ਸਮਝਾਉਣਾ ਕੀਤਾ ਵਿੱਚ ਦੁਨੀਆ ਕਾਹੇ ਆਇਆ। ਇਸ ਪੰਕਤੀ ਨੂੰ ਲੈ ਕੇ ਇਹ ਪੰਕਤੀ ਅਸੀਂ ਸਾਰਿਆਂ ਨੇ ਆਪਣੇ ਮਨ ਤੇ ਟਿਕਾਣੀ ਹੈ। ਇਸ ਪੰਕਤੀ ਨੂੰ ਆਪਣੇ ਜ਼ਿਹਨ ਸਰੀਰ ਮਨ ਬੁੱਧ ਦੇ ਵਿੱਚ ਲਿਆ ਕੇ ਇਹ ਸਵਾਲ ਕਰਨਾ ਹੈ ਤੇ ਜਿਵੇਂ ਸਤਿਗੁਰੂ ਜੀ ਬਖਸ਼ਿਸ਼ ਕਰਨਗੇ ਅਸੀਂ ਉਸ ਨੂੰ ਹੋਰ ਸਮਝਣ ਦਾ ਯਤਨ ਕਰਾਂਗੇ। ਸਤਿਗੁਰੂ ਬਾਣੀ ਗੁਰਬਾਣੀ ਦੇ ਲੈਸਨ ਵਿੱਚ ਅੱਜ ਸਮਝਾਂਗੇ ਕੋਈ ਅੱਖਰ ਪੈਰਾਂ ਥੱਲੇ ਰਾਰਾ ਵਾਲੇ ਇਹ ਧਿਆਨ ਰੱਖਣਾ ਹੈ। ਕਿਰਪਾ ਤੇ ਇੱਕ ਕੱਕੇ ਨੂੰ ਪੈਰਾਂ ਵਿੱਚ ਰਾਰਾ ਆਉਂਦਾ ਹੈ ਉਹਨੂੰ ਪੜਾਂਗੇ ਕਿਰਪਾ। ਜਿਹੜਾ ਵਾਵਲ ਲੱਗਿਆ ਹੁੰਦਾ ਹੈ ਉਹ ਪੈਰਾਂ ਵਾਲੇ ਅੱਖਰ ਦੇ ਨਾਲ ਉਚਾਰਨ ਕੀਤਾ ਜਾਂਦਾ ਹੈ ਇਹ ਧਿਆਨ ਰੱਖਣਾ। ਰਾਰਾ ਪੂਰਾ ਹੈ ਕਿਰਪਾ ਰਾਰਾ ਪੈਰਾਂ ਵਿੱਚ ਹੈ ਕਿਰਪਾ। ਅੱਖਰ ਉਚਾਰਨ ਵੱਖੋ ਵੱਖਰਾ ਹੈ ਅਰਥ ਦੋਨਾਂ ਦੇ ਇੱਕੋ ਹਨ। परमात्मा परमात्मा प्रेम प्रेम ये दोनों अक्षर ऑलमोस्ट जो है वो इको जे उच्चारण होंगे हैं। प्रसाद प्रसाद अगे होर अक्षर एक वचन ते बहुवचन कहो कहो जाहो जाओ सिमराओ सिमराओ। कहो किसी ਨੂੰ ਕਿਹਾ ਜਾ ਰਿਹਾ ਹੈ ਤੁਸੀਂ ਕਹੋ ਐਡਰੈਸਿੰਗ ਪੋਜੀਸ਼ਨ ਹੈ। ਕਹੋ ਮੈਂ ਆਖਦਾ ਤਾਂ ਉਹਦੇ ਨਾਲ ਬਹੁਤੇ ਅੱਖਰ ਲਾਸਟ ਵਿੱਚ ਆਉਣ ਕਰਕੇ ਇਹ ਇੱਕ ਵਚਨ ਕਿਰਿਆ ਬਣੇਗੀ ਫਸਟ ਪਰਸਨ ਸਿੰਗੂਲਰ ਵਰਬ ਉਹਦੇ ਨੂੰ ਬਿਰਤੀ ਲੱਗ ਜਾਂਦੀ ਹੈ। ਪੂਰੀਆ ਪੂਰਿਆ ਪੂਰਿਆ ਪੁਰੀਏ ਪੁਰਾਓ ਆਦਿ। ਇਹ ਅੱਖਰ ਬਹੁਤ ਸਾਰੇ ਆਪ ਜੀ ਨੂੰ ਬਾਣੀ ਅੰਦਰ ਪਾਠ ਕਰਦਿਆਂ ਮਿਲਣਗੇ ਖਾਸ ਕਰ ਜਿਹੜੇ ਵੀਰ ਭੈਣ ਸਹਿਜ ਪਾਠ ਕਰਦੇ ਹਨ। ਇਹਨਾਂ ਅੱਖਰਾਂ ਦਾ ਉਚਾਰਨ ਕਰਨ ਲੱਗਿਆ ਆਪ ਜੀ ਨੇ ਥੋੜਾ ਧਿਆਨ ਰੱਖਣਾ ਹੈ।
ਸਸੁਰੈ ਪਈਐ। ਐਲੇ ਨੂੰ ਦੁਲਾਵਾਂ, ਰਾਰੇ ਉੱਪਰ ਦੁਲਾਵਾਂ, ਐ ਦੀ ਟੋਨ ਆਣੀ ਚਾਹੀਦੀ ਹੈ। ਸਸੁਰੈ ਪਈਐ, ਅੱਗੋਂ ਲਾ ਨਾਲ ਹੈ ਪਈਏ, ਪਾਈਏ, ਪਾਏ ਹੈ, ਪਾਇਆ। ਹੁਣ ਇੱਕ ਅੱਖਰ ਨਾਲ ਬਹੁਤ ਸਾਰੇ ਵਾਵਲ ਜਿਹੜੇ ਹਨ ਉਹ ਮੈਂ ਸਾਂਝੇ ਕਰਾਂਗਾ। ਮਲ, ਮਾਲ, ਮਾਲਾ, ਮੁੱਲ, ਮੂਲ, ਮਾਲੀ, ਮਿਲ, ਮਿਲੀ, ਮੀਲ। ਤਾਂ ਏਦਾਂ ਵਾਵਲ ਦੀ ਟੋਨ, ਉਹਦੀ ਸਾਊਂਡ, ਉਹਦੀ ਆਵਾਜ਼ ਆਪ ਜੀ ਨੇ ਪਾਠ ਵੇਲੇ ਧਿਆਨ ਰੱਖਣਾ ਹੈ। ਇਹ ਮੁਸ਼ਕਲ ਉਦੋਂ ਆਉਂਦੀ ਹੈ ਜਦੋਂ ਅਸੀਂ ਧਿਆਨ ਨਾਲ ਪਾਠ ਨਹੀਂ ਕਰਦੇ ਜਾਂ ਮੂੰਹ ਜ਼ਬਾਨੀ ਕਰਦੇ ਹਾਂ। ਪਾਠ ਸਾਨੂੰ ਕਈ ਵਾਰੀ ਯਾਦ ਹੁੰਦਾ ਹੈ ਤੇ ਉਹ ਪਤਾ ਨਹੀਂ ਹੁੰਦਾ ਸਿਆਰੀ ਨਾਲ ਹੈ ਕਿ ਬਿਹਾਰੀ ਨਾਲ ਹੈ, ਲਾਂ ਨਾਲ ਹੈ ਕਿ ਦੁਲਾਂ ਨਾਲ ਹੈ। ਤਾਂ ਇਸ ਕਰਕੇ ਅਭਿਆਸ ਕਰਨ ਵੇਲੇ ਪਾਠ ਹਮੇਸ਼ਾ ਗੁਟਕੇ ਤੋਂ ਦੇ ਕੇ ਕਰਨ ਦਾ ਯਤਨ ਕਰਨਾ ਹੈ। ਮਿਲਾਪ, ਮਿਲਾਪੜਾ, ਮਿਲਵਰਤਨ, ਅਮੋਲ, ਅਮੁੱਲ, ਅਮਲ, ਅਮਲੀ, ਅਮਲੀਕ, ਅਮੋਲਕ, ਅਵਰੋਧ। ਹੁਣ ਅਸੀਂ ਸ਼ੁਰੂ ਕਰਾਂਗੇ ਅੱਜ ਆਤਮਵਾਦ ਦੀ 8ਵੀਂ ਪੌੜੀ। ਆਓ ਪਹਿਲਾਂ ਇਹਦਾ ਉਚਾਰਨ ਕਰਦੇ ਹਾਂ। ਪੌੜੀ। 15 ਮਿੰਟ ਪਹਿਲੇ ਆ ਸੱਚਾ ਸਾਹਿਬ ਏਕ ਹਿਮ ਸੱਚੋ ਸਤ ਵਰਤਾਇਆ, ਵਿਸ਼ਨੂੰ ਤੇ ਮਿਲਾ ਸਤ ਤਾਂ ਤਿੰਨੇ ਸਤ ਕਮਾਇਆ। ਸਤਿਗੁਰ ਮਿਲਿਆ ਸਤ ਪਾਇਆ, ਜਿਨ ਕਾ ਹਿਰਦੈ ਸਤ ਵਸਾਇਆ। ਮੂਰਖ ਸੱਚ ਨਾ ਜਾਣਨੀ, ਮਨ ਮੁਖੀ ਜਨਮ ਗਵਾਇਆ। ਵਿੱਚ ਦੁਨੀਆ ਕਾਹੇ ਆਇਆ, ਵਿੱਚ ਦੁਨੀਆ ਕਾਹੇ ਆਇਆ। ਇਸ ਪੌੜੀ ਅੰਦਰ ਸਤਿਗੁਰੂ ਕੇਂਦਰੀ ਵਿਚਾਰ ਵਿੱਚ ਦੁਨੀਆ ਕਾਹੇ ਆਇਆ ਸਮਝਾ ਰਹੇ ਨੇ। ਅਸੀਂ ਇਹ ਸਵਾਲ ਸਾਰਿਆਂ ਨੇ ਆਪਣੇ ਆਪ ਨੂੰ ਕਰਨਾ ਹੈ ਵੀ ਇਹ ਸ਼ਬਦ ਮੇਰੇ ਵਾਸਤੇ ਹੈ, ਮੇਰੇ ਮਨ ਵਾਸਤੇ ਹੈ, ਤੇ ਸਤਿਗੁਰੂ ਜੀ ਇਹ ਲੈਸਨ, ਇਹ ਸਵਾਲ ਮੈਨੂੰ ਪੁੱਛ ਰਹੇ ਨੇ ਵੀ ਤੂੰ ਦੁਨੀਆ ਕਾਹਦੇ ਵਾਸਤੇ ਆਇਆ ਹੈ ਇਸ ਸੰਸਾਰ ਵਿੱਚ। ਭਾਵ ਮੈਨੂੰ ਅਵੇਅਰ ਕਰ ਰਹੇ ਨੇ, ਮੇਰੀ ਜ਼ਿੰਦਗੀ ਦਾ ਮਕਸਦ ਮੈਨੂੰ ਸਮਝਾਉਣਾ ਕਰ ਰਹੇ ਨੇ ਕਿ ਮੈਂ ਇਸ ਸੰਸਾਰ ਵਿੱਚ ਕਾਹਦੇ ਵਾਸਤੇ ਆਇਆ ਹਾਂ। ਆਖਰੀ ਅਰਥ ਹਨ ਸੱਚਾ ਸਾਹਿਬ, ਮਾਲਕ ਪਰਮੇਸ਼ਰ ਆਪ ਸੱਚਾ ਹੈ। ਏਕ ਤੂੰ, ਤੇ ਤੂੰ ਕੇਵਲ ਇੱਕ ਹੈ। ਤੇਰੇ ਬਰਾਬਰ ਦਾ ਹੋਰ ਕੋਈ ਨਹੀਂ, ਹੋਰ ਦੂਜਾ ਤੀਜਾ ਚੌਥਾ ਪੰਜਵਾਂ 33 ਹੋਰ ਪਰਮੇਸ਼ਰ ਨਹੀਂ। ਪਰਮੇਸ਼ਰ ਇੱਕ ਹੈ। ਜਿਨ ਸੱਚੋ ਸੱਚ ਵਰਤਾਇਆ, ਤੇ ਉਸ ਪਰਮੇਸ਼ਰ ਨੇ ਜੋ ਪਰਮੇਸ਼ਰ ਸੱਚ ਹੈ ਆਪ, ਉਸ ਨੇ ਜੋ ਵਰਤਾਰਾ ਕੀਤਾ ਹੈ, ਜੋ ਕੁਝ ਬਣਾਇਆ ਹੈ, ਉਹ ਵੀ ਸਾਰਾ ਸੱਚ ਹੈ। ਚਾਹੇ ਇਹ ਸੰਸਾਰ ਹੈ, ਚਾਹੇ ਇਹ ਕੁਦਰਤ ਹੈ,
ਨਿਰੋਲ ਸੱਚ ਹੈ, ਉਹ ਇੱਕ ਨਿਯਮ ਦੇ ਵਿੱਚ ਕੰਮ ਕਰਦੀ ਹੈ। ਜਿਸ ਤੋਂ ਦੇਹ ਦੇ ਮਿਲ ਦਿੰਦਾ ਹੈ, ਜਿਸ ਨੂੰ ਤੂੰ ਦਿੰਦਾ ਹੈ, ਕੀ ਦਿੰਦਾ ਹੈ, ਸੱਚ ਦੀ ਗੱਲ ਚੱਲ ਰਹੀ ਹੈ। ਪਰ ਜਿਹੜਾ ਰੈਫਰੈਂਸ ਚੱਲ ਰਿਹਾ ਹੁੰਦਾ ਹੈ, ਉਹੀ ਚੀਜ਼ ਮਿਲਣੀ ਹੈ। ਜਿਸ ਤੋਂ ਦੇਹ ਇਸ ਮਿਲਾ ਸੱਚ। ਸਤਿਗੁਰੂ ਜੀ ਆਖਦੇ ਹੈ ਪਰਮੇਸ਼ਰ, ਤੂੰ ਜਿਸ ਨੂੰ ਇਹ ਦਾਤ ਸੱਚ ਦੀ ਦਾਤ ਦਿੰਦਾ ਹੈ, ਉਹੀ ਪ੍ਰਾਪਤ ਕਰਦਾ ਹੈ। ਤਾਂ ਤਿੰਨੀ ਸੱਚ ਕਮਾਇਆ। ਤੇ ਜਦੋਂ ਪਰਮੇਸ਼ਰ ਦੀ ਕਿਰਪਾ ਦੇ ਰਾਹੀਂ ਸੱਚ ਦੇ ਨਾਲ ਮਿਲਾਪ ਹੋਇਆ, ਸੱਚ ਮਿਲ ਗਿਆ, ਤਾਂ ਉਹ ਕਮਾਈ ਜਿਹੜੀ ਹੈ ਉਹ ਵੀ ਸੱਚ ਹੋਏਗੀ। ਸਤਿਗੁਰ ਮਿਲਿਆ, ਸੱਚ ਪਾਇਆ। ਹੁਣ ਪਰਮੇਸ਼ਰ ਦਿੰਦਾ ਕਿਹਨੂੰ ਹੈ, ਕਿਵੇਂ ਦਿੰਦਾ ਹੈ, ਕਦੋਂ ਦਿੰਦਾ ਹੈ, ਹੁਣ ਉਹ ਸਮਝਾਉਣਾ ਕਾਰਨ ਹੈ। ਸਤਿਗੁਰ ਮਿਲਿਆ, ਸੱਚ ਪਾਇਆ। ਸਤਿਗੁਰੂ ਦੇ ਮਿਲਾਪ ਦੇ ਨਾਲ ਇਸ ਸੱਚ ਦੀ ਪ੍ਰਾਪਤੀ ਹੁੰਦਾ ਹੈ, ਕਿਉਂਕਿ ਸਤਿਗੁਰੂ ਆਪ ਸਤ ਹੈ, ਸੱਚਾ ਹੈ, ਪਰਮੇਸ਼ਰ ਨਾਲ ਇੱਕਮਿਕ ਹੈ। ਇਸ ਲਈ ਉਹ ਦਾਤ ਸਾਨੂੰ ਵੀ ਦੇ ਦਿੰਦਾ ਹੈ। ਤੇ ਸਤਿਗੁਰੂ ਦਾ ਮਿਲਾਪ ਦੇ ਨਾਲ, ਸਤਿਗੁਰੂ ਦਾ ਮਿਲਾਪ ਕਿਵੇਂ ਹੁੰਦਾ ਹੈ, ਪਰਮੇਸ਼ਰ ਦੀ ਕਿਰਪਾ ਨਾਲ। ਪਰਮੇਸ਼ਰ ਮੇਰੇ ਕਿਸੇ ਚੰਗੇ ਕਰਮ ਕਰਕੇ ਮੈਨੂੰ ਸਤਿਗੁਰੂ ਨਾਲ ਮਿਲਾਉਂਦਾ ਹੈ। ਸਤਿਗੁਰੂ ਆਪਣੀ ਮੱਤ ਲੈਸਨ ਟੀਚਿੰਗ ਦੇ ਕੇ ਮੈਨੂੰ ਉਸ ਸਤ ਪਰਮਾਤਮਾ ਦੇ ਨਾਲ ਮਿਲਾ ਦਿੰਦਾ। ਸਤਿਗੁਰ ਮਿਲਿਆ, ਸੱਚ ਪਾਇਆ, ਜਿਨ ਕਾ ਹਿਰਦਾ ਸੱਚ ਵਸਾਇਆ। ਜਿਸ ਹਿਰਦੇ ਵਿੱਚ ਪਰਮੇਸ਼ਰ ਆਪ ਹੈ, ਉਹਨੇ ਆਪਣਾ ਸੱਚ ਵਸਾ ਦਿੱਤਾ ਸਤਿਗੁਰੂ ਦੇ ਅੰਦਰ। ਪਰ ਸਤਿਗੁਰੂ ਉਹ ਸੱਚ ਆਪਣੇ ਸਿੱਖ ਨੂੰ ਉਹਦੇ ਬਾਰੇ ਸਮਝਾ ਦਿੰਦਾ ਹੈ, ਦੇ ਦਿੰਦਾ ਹੈ, ਰਿਲਾਈਜ਼ ਕਰਾ ਦਿੰਦਾ ਹੈ। ਮੂਰਖ ਸੱਚ ਨਾ ਜਾਣ। ਹੁਣ ਜਿਹਨਾਂ ਨੂੰ ਗੁਰੂ ਪ੍ਰਾਪਤ ਨਹੀਂ ਹੋਇਆ, ਸਤਿਗੁਰੂ ਦਾ ਮਿਲਾਪ ਨਹੀਂ ਹੋਇਆ ਹੈ, ਹੁਣ ਉਹ ਆਪਣੀ ਮਨਮਤ ਕਰਦੇ ਨੇ, ਓਵਰ ਟਰੈਵਲ ਨੇ, ਚਤੁਰਾਈਆਂ ਸਿਆਣਪਾਂ ਕਰਦੇ ਨੇ। ਸਤਿਗੁਰੂ ਉਹਨੂੰ ਮੂਰਖ ਆਖਦੇ ਨੇ, ਜਿਹੜਾ ਮੂੰਹ ਦੀ ਰੱਖਦਾ ਹੈ, ਆਪਣੇ ਮਨ ਦੀ ਕਰਦਾ ਹੈ। ਤੇ ਮੂਰਖ ਜੋ ਹੈ, ਸਤਿਗੁਰੂ ਤੋਂ ਬਿਨਾਂ ਸੱਚ ਨੂੰ ਨਹੀਂ ਜਾਣਦਾ, ਉਹਨੂੰ ਸਮਝ ਨਹੀਂ ਪਾਉਂਦਾ ਹੈ। ਮਨਮੁਖੀ, ਕਿਉਂਕਿ ਮਨਮੁਖ ਹੈ, ਜਨਮ ਗਵਾਇਆ। ਉਹ ਆਪਣਾ ਸਾਰਾ ਟਾਈਮ ਅੰਜਾਈ ਗਵਾ ਦਿੰਦਾ ਹੈ, ਭਾਵ ਵਿਕਾਰਾਂ ਦੇ ਵਿੱਚ, ਓਵਰ ਕਲੈਵਰਨੈਸ ਦੇ ਵਿੱਚ, ਚਤੁਰਾਈਆਂ ਦੇ ਵਿੱਚ ਸਮਾਂ ਲਾ ਦਿੰਦਾ ਹੈ, ਤੇ ਸੱਚ ਨਹੀਂ ਜਾਣ ਸਕਦਾ ਹੈ। ਤਾਂ ਫਿਰ ਸਤਿਗੁਰੂ ਕਹਿੰਦੇ ਨੇ, ਤੂੰ ਸੱਚ ਨੂੰ ਪਛਾਣਿਆ ਨਹੀਂ, ਗੁਰੂ ਨਾਲ ਮਿਲਾਪ ਨਹੀਂ ਕੀਤਾ ਹੈ, ਸਮਾਂ ਅੰਜਾਈ ਗਵਾ ਰਿਹਾ ਹੈ, ਤਾਂ ਫਿਰ ਇਹ ਸੰਸਾਰ ਵਿੱਚ ਕਾਹਦੇ ਵਾਸਤੇ ਆਇਆ ਹੈ, ਕਾਹਦੇ ਵਾਸਤੇ ਆਇਆ ਹੈ। ਤਾਂ ਇਸ ਗੱਲ ਨੂੰ ਅਸੀਂ ਲੜੀਵਾਰ ਸਮਝਣ ਦਾ ਯਤਨ ਕਰਾਂਗੇ। ਵਿੱਚ ਦੁਨੀਆ ਕਾਹੇ ਆਇਆ, ਭਾਵ ਹੁਣ ਇਸ ਦੁਨੀਆ ਵਿੱਚ ਆਉਣ ਦਾ ਇੱਕ ਮਕਸਦ ਸੀ, ਤੇ ਉਹ ਕੀ ਹੈ, ਸਤਿਗੁਰੂ ਬਾਣੀ ਅੰਦਰ ਸਮਝਾ ਰਹੇ ਹਨ। ਪਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ, ਸਭ ਮੁਕਦੀ ਚੱਲੀ ਰਹਿ। ਪ੍ਰਾਣੀ ਪ੍ਰਾਣੀ ਕਿਸ ਨੂੰ ਕਹਿ ਰਹੇ ਹਨ, ਇਹ ਸਮਝਣਾ ਹੈ। ਤੂੰ ਐਡਰੈਸ ਕਰ ਰਹੇ ਨੇ, ਸੰਬੋਧਨ ਕਰ ਰਹੇ ਨੇ, ਸਾਰੇ ਮਨੁੱਖਾਂ ਨੂੰ ਕਰ ਰਹੇ ਨੇ, ਪਰ ਮੈਂ ਇਹ ਸਮਝਣਾ ਹੈ ਇਹ ਮੈਨੂੰ ਕਹਿ ਰਹੇ ਨੇ, ਸਤਿਗੁਰੂ ਮੈਨੂੰ ਸਮਝਾ ਰਹੇ ਨੇ।
ਇਹ ਧਿਆਨ ਰੱਖਣਾ ਹੈ। हे हे ਮੇਰੇ मेरे ਮਨ, मन, ਤੂੰ ਇਸ ਸੰਸਾਰ ਵਿੱਚ ਕੀ की ਕਰਨ करना ਆਇਆ आया ਹੈ? है? ਲਾਹ ਲੈਣ ਆਇਆ ਸੀ, ਕੁਝ ਪ੍ਰਾਪਤ ਕਰਨ ਆਇਆ ਸੀ, ਆਪਣੇ ਇਸ ਜਨਮ ਨੂੰ ਸਵਾਰਨ ਵਾਸਤੇ ਤੂੰ ਆਇਆ ਹੈ। ਪਰ ਲੱਗਾ ਕਿਤ ਕੋ ਫਕੜੇ, ਸਭ ਮੁਕਤੀ ਚੱਲੀ ਰਹਿਣ। ਵੀ ਤੂੰ ਤਾਂ ਸਤਿਗੁਰੂ ਨੂੰ ਮਿਲਿਆ ਹੀ ਨਹੀਂ। ਆਪਣੀ ਸਿਆਣਪਾਂ ਚਤੁਰਾਈਆਂ ਦੇ ਨਾਲ ਕਿਹੜੇ ਭੈੜੇ ਕੰਮਾਂ ਵਿੱਚ ਪਿਆ ਹੈ। ਪਕੜ ਬੇਕਾਰ, ਸਭ ਮੁਕਤੀ ਚੱਲਦੀ ਰਹਿਣ। ਤੇ ਜ਼ਿੰਦਗੀ ਰੂਪੀ ਰਾਤ ਜਨਮ ਸਮਾਂ ਜੋ ਹੈ ਉਹ ਤਾਂ ਮੁੱਕਦਾ ਜਾ ਰਿਹਾ। ਟਾਈਮ ਨੈਵਰ ਕਮ ਬੈਕ। ਪਰ ਅਵੇਅਰ ਕੀਤਾ ਹੈ ਸਤਿਗੁਰੂ ਜੀ ਨੇ ਤੇ ਤੂੰ ਇਸ ਸੰਸਾਰ ਵਿੱਚ ਕਿਸੇ ਖਾਸ ਮਕਸਦ ਲਈ ਆਇਆ ਹੈ। ਇਹ ਮਨੁੱਖਾਂ ਦੇ ਹੀ ਖਾਸ ਕੰਮ ਵਾਸਤੇ ਮਿਲੀ ਹੈ। ਉਹਨੂੰ ਸਮਝ, ਲਾਹਾ ਵੀ ਪ੍ਰਾਪਤ। ਹੁਣ ਇਹ ਸਾਰਾ ਸ਼ਬਦ ਮੈਂ ਆਪ ਜੀ ਦੇ ਸਾਹਮਣੇ ਰੱਖਿਆ ਹੈ। ਥੋੜਾ ਪਰਦਾ ਸਮਝਾਉਣ ਦਾ ਯਤਨ ਕਰਦਾ ਹਾਂ। ਕੁਦਮ ਕਰੇ ਪਕ ਪੰਕੀਆ, ਦਿਸੈ ਨਾਹੀ ਕਾ। ਇਹ ਮਨ ਪੰਛੀ ਵਾਂਗੂ ਉਡਾਰੀਆਂ ਮਾਰਦਾ ਹੈ, ਚਲਾਕੀਆਂ ਕਰਦਾ ਹੈ। ਇਹਨੂੰ ਪਤਾ ਨਹੀਂ ਲੱਗ ਰਿਹਾ ਵੀ ਇੱਕ ਦਿਨ ਸਮਾਂ ਮੁੱਕ ਜਾਣਾ ਹੈ, ਮੌਤ ਕਾਲ ਨੇ ਆ ਜਾਣਾ ਹੈ। ਤਾਂ ਇਹਨੂੰ ਸੰਭਾਲ ਸਮੇਂ ਨੂੰ। ਉੱਥੇ ਸਾਤ ਮਨੁੱਖ ਹੈ, ਪਾਥਾ ਮਾਇਆ ਜਾਲ। ਹੁਣ ਮਾਇਆ ਦਾ ਜਾਲ ਤਾਂ ਮੈਂ ਆਪ ਪਸਾਰ ਰਿਹਾ ਹਾਂ, ਵਿਕਾਰਾਂ ਦੇ ਵਿੱਚ, ਚਤੁਰਾਈਆਂ ਦੇ ਵਿੱਚ। ਤੇ ਉੱਥੇ ਸਾਥ ਤੇਰੇ ਕਰਮਾਂ ਨੇ ਦੇਣਾ ਹੈ, ਤੇਰੀ ਮਨੁੱਖਤਾ ਨੇ ਦੇਣਾ ਹੈ। ਇਹ ਮਾਇਆ ਜਾਲ ਵਿੱਚ ਤੂੰ ਫਸ ਕੇ ਸਮਾਂ ਅਣਜਾਈ ਗਵਾ ਲਵੇਗਾ। ਮੁਕਤੇ ਸਹੀ ਭਾਲੀਐ, ਦੇ ਸੱਚਾ ਨਾਮ ਸੰਭਾਲ। ਮੁਕਤੇ, ਮੁਕਤ ਕਿਵੇਂ ਹੋਣਾ ਹੈ? ਇਹਨਾਂ ਵਿਕਾਰਾਂ ਤੋਂ ਕਿਵੇਂ ਬਚਣਾ ਹੈ? ਜੰਜੀਰਾਂ ਤੋਂ ਕਿਵੇਂ ਮੁਕਤ ਹੋਣਾ ਹੈ? ਸਤਿਗੁਰੂ ਅਵੇਅਰ ਕਰ ਰਹੇ ਹਨ। ਮੁਕਤੇ ਸਹੀ ਭਾਲੀਐ, ਭਾਲੀਐ ਹਾਏ ਨੂੰ ਸਿਆਰੀ, ਇਹ ਬਹੁਵਚਨ ਕਰਿਆ ਹੈ। ਉਹੀ ਮੁਕਤੇ ਹੋਣਗੇ, ਉਹੀ ਜੰਜੀਰਾਂ ਤੋਂ ਬਚ ਜਾਣਗੇ। ਕੌਣ? ਸਤਿਗੁਰੂ ਜੀ ਦੇ ਸੱਚਾ ਨਾਮ ਸੰਭਾਲ, ਜਿਹੜੇ ਸੱਚੇ ਪਰਮੇਸ਼ਰ ਦੇ ਨਾਮ ਗੁਣ ਨੂੰ ਸੰਭਾਲ ਲੈਂਦੇ ਹਨ। ਸੰਭਾਲ ਕੇ ਜੋ ਘਰ ਛੱਡ ਗਵਾਵਣਾ ਤੋਂ ਲੱਗਾ ਮਨ ਮਾਹਿਰ। ਜਿਹੜੇ ਘਰ ਨੂੰ ਛੱਡ ਕੇ ਜਾਣਾ ਸੀ, ਆਓ ਇਸ ਸੰਸਾਰ ਨੂੰ, ਉਹਦੇ ਵਿੱਚ, ਉਸੇ ਸੰਸਾਰ ਵਿੱਚ ਤੂੰ ਆਪਣਾ ਸਮਾਂ ਅਣਜਾਈ ਗਵਾ ਰਿਹਾ। ਉਹਦੇ ਵਿੱਚ ਆਪਣਾ ਤੂੰ ਮਨ ਲਾਇਆ ਹੋਇਆ ਹੈ। ਜਿਹੜੇ ਕੰਮ ਕਿਸੇ ਨਹੀਂ ਆਉਣੇ, ਉਹਨਾਂ ਕੰਮਾਂ ਵਿੱਚ ਤੂੰ ਫਸਿਆ ਹੋਇਆ ਹੈ। ਜਿੱਥੇ ਜਾਏ ਤੁਧ ਵਰਤਣਾ, ਇਸकी ਚਿੰਤਾ ਨਹੀਂ। ਜਿਹੜੀ ਜਗ੍ਹਾ ਤੇ ਜਿਹੜੇ ਕੰਮ ਤੇਰੇ ਆਉਣੇ ਸਨ, ਜਿਨ੍ਹਾਂ ਕੰਮਾਂ ਨੇ ਤੇਰਾ ਸਾਥ ਦੇਣਾ ਤੇ ਉਹਦੀ ਤੈਨੂੰ ਫਿਕਰ ਹੀ ਨਹੀਂ ਹੈ। ਲੱਗਾ ਕਿਤ ਕੋ ਫਕੜੇ, ਵਿੱਚ ਦੁਨੀਆ ਕਾਹੇ ਆਇਆ। ਸਤਿਗੁਰੂ ਅਵੇਅਰ ਕਰ ਰਹੇ ਹਨ। ਫਾਥੇ ਫਾਥੇ ਸਹੀ ਨਿਕਲੇ, ਜੇ ਗੁਰ ਕੀ ਪੈਰੀ ਪਾਏ। ਹੁਣ ਇਹ ਗੱਲ ਸਮਝਣ ਵਾਲੀ ਨਾਲ, ਫਾਥੇ ਮੀਨ ਫਸੇ ਹੋਏ ਹਨ। ਕਿਹਦੇ ਵਿੱਚ? ਵਿਕਾਰਾਂ ਦੇ ਵਿੱਚ। ਸਹੀ ਨਿਕਲੇ, ਉਹ ਨਿਕਲ ਜਾਣਗੇ। ਕੌਣ? ਜੇ ਗੁਰ ਕੀ ਪੈਰੀ ਪਾਏ।
ਜੇ ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਜੇ ਗੁਰੂ ਦੀ ਕਲਾਸ ਵਿੱਚ ਆ ਕੇ ਉਹਦਾ ਲੈਸਨ ਲੈ ਲਵੇ, ਉਹ ਬਚ ਜਾਣਗੇ। ਜਿਨ੍ਹਾਂ ਨੇ ਲੈਸਨ ਲਿਆ ਹੈ, ਸਿੱਖਿਆ ਲਈ ਹੈ, ਸਾਰਾ ਸਾਲ ਮਿਹਨਤ ਕੀਤੀ ਹੈ, ਪੜ੍ਹਿਆ ਹੈ, ਲਿਖਿਆ ਹੈ, ਹੋਮਵਰਕ ਕੀਤਾ ਹੈ, ਯਾਦ ਕੀਤਾ ਹੈ, ਤਾਂ ਉਹ ਜਦੋਂ ਐਗਜ਼ਾਮ ਆਉਂਦਾ ਹੈ ਨਾ, ਪੇਪਰ ਆਉਂਦੇ ਨੇ, ਫਿਰ ਉਹ ਡਰਦੇ ਨਹੀਂ, ਫਿਕਰ ਨਹੀਂ ਕਰਦੇ, ਉਹ ਨਿਕਲ ਜਾਂਦੇ ਨੇ, ਪਾਸ ਹੋ ਜਾਂਦੇ ਨੇ। ਇਸੇ ਤਰ੍ਹਾਂ ਇਸ ਜੀਵਨ ਦੇ ਅੰਦਰ ਗੁਰੂ ਦੀ ਮੱਤ ਲੈਣੀ ਹੈ, ਤੇ ਉਸ ਮੱਤ ਰਾਹੀਂ ਜੋ ਮਨੋਰਥ ਹੈ ਜੀਵਨ ਦਾ, ਵੀ ਦੁਨੀਆ ਕਾਹੇ ਆਇਆ, ਉਹ ਸਮਝਣਾ ਹੈ। ਸਤਿਗੁਰੂ ਇੱਕ ਥਾਂ ਹੋਰ ਸਮਝਾਉਣਾ ਕਰ ਰਹੇ, ਭਈ ਪਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਮਨੁੱਖਾ ਸਰੀਰ ਇਸੇ ਕੰਮ ਨੂੰ ਮਿਲਿਆ ਹੈ, ਕਿਉਂਕਿ ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਮਨੁੱਖਾ ਜਨਮ ਜੋ ਹੈ, ਜਿੰਨੇ ਹੋਰ ਕ੍ਰਿਏਸ਼ਨ ਹੈ, ਜੀਵ ਜੰਤੂ ਪਸ਼ੂ ਪੰਛੀ ਕੀੜੇ ਮਕੌੜੇ ਹਨ, ਉਹਨਾਂ ਨੂੰ ਪਰਮੇਸ਼ਰ ਨੇ ਇੱਕ ਲਿਮਟਿਡ ਜਿਹੀ ਅਕਲ ਮਤ ਦਿੱਤੀ ਹੈ, ਉਸ ਤੋਂ ਵੱਧ ਉਹ ਕੰਮ ਨਹੀਂ ਕਰ ਸਕਦੇ। ਪਰ ਮਨੁੱਖ ਨੂੰ ਅਸੀਮ ਅਕਲ ਦੀ ਤਾਕਤ ਦਿੱਤੀ ਹੈ, ਤੇ ਉਹ ਬਹੁਤ ਕੁਝ ਕਰ ਸਕਦਾ ਹੈ। ਹੁਣ ਇਹੀ ਤੇਰਾ ਅਵਸਰ, ਇਹੀ ਤੇਰੀ ਬਾਤ, ਘਟ ਭੀਤਰ ਤੂੰ ਦੇਖ ਵਿਚਾਰ ਕਰਨੀ ਹੈ। ਆਪਣੇ ਇਸ ਮਕਸਦ ਨੂੰ ਸਮਝਣਾ ਹੈ, ਤੂੰ ਆਇਆ ਕਾਹਦੇ ਨਾਲ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਪਰਮੇਸ਼ਰ ਨਾਲ ਮਿਲਾਪ, ਉਸ ਸੱਚ ਅਕਾਲ ਪੁਰਖ ਦੇ ਨਾਲ ਮਿਲਾਪ ਇੱਥੇ ਮਨੁੱਖਾਂ ਦੇ ਹੀ ਅੰਦਰ ਹੋ ਸਕਦਾ ਹੈ। ਕਿਉਂਕਿ ਜੀਵ ਜੰਤੂ ਬਾਕੀ ਕ੍ਰਿਏਸ਼ਨ ਜੋ ਹੈ ਉਹ ਇਸ ਕਾਬਲ ਨਹੀਂ ਹੈ। और काय तेरा कितै न काम, भाव परमेश्वर तो बिना गोबिंद मिलन की ए तेरी बरिया, इस काम तो इलावा तेरे बाकी ਜਿਹੜੇ ਕੰਮ ਹਨ ਉਹ ਵਿਅਰਥ ਹਨ। ਹੁਣ ਅਵਰ ਕਾਲ ਇੱਕ ਬਹੁਤ ਡੂੰਘਾ ਵਿਸ਼ਾ ਹੈ। ਮੈਂ ਇਸ ਤੇ ਇੱਕ ਵੱਖਰੀ ਪ੍ਰੈਜੈਂਟੇਸ਼ਨ ਤਿਆਰ ਕਰ ਰਿਹਾ ਹਾਂ ਕਿ ਅਵਰ ਕਾਲ ਕੀ ਹੁੰਦਾ ਹੈ। ਇੱਥੇ ਸੰਖੇਪ ਵਿੱਚ ਸਮਝਾਂਗੇ। ਅਵਰ ਕਹਿੰਦੇ ਨੇ ਦੂਸਰਾ ਤੀਸਰਾ ਭਾਵ। ਹੁਣ ਖਿਆਲ ਕਰਨਾ ਹੈ, ਜਿਹੜੀ ਸੋਚ ਦੇ ਅੰਦਰ, ਜਿਹੜੇ ਐਕਸ਼ਨ ਦੇ ਅੰਦਰ ਸਤਿਗੁਰੂ ਦੀ ਮੱਤ ਲੈਸਨ ਨਹੀਂ ਹੈ, ਪਰਮੇਸ਼ਰ ਦਾ ਗੁਣ ਨਹੀਂ ਹੈ, ਉਹ ਅਵਰ ਕਾਜ ਬਣ ਜਾਵੇਗਾ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਦੇ ਵਿੱਚ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਜਪਣਾ ਹੈ, ਗੋਬਿੰਦ ਨੂੰ ਮਿਲਣਾ ਹੈ। ਅਦਰਵਾਈਜ਼ ਸਰੰਜਾਮ ਲਾਗ ਭੌਜਲ ਤਰਨ ਕੈ, ਸਰ ਅੰਜਾਮ ਭੌਜਲ ਡਰ ਦਾ ਸਾਗਰ ਤਰਨ ਕੈ। ਕਹਿੰਦੇ ਨੇ ਇਸ ਵਿਕਾਰਾਂ ਦੇ ਡਰ ਦੇ ਸਾਗਰ ਨੂੰ ਅੰਜਾਮ ਦੇਣ ਵਾਸਤੇ ਪ੍ਰੈਕਟੀਕਲ ਕਰ, ਸ਼ੁਰੂਆਤ ਕਰ, ਅੰਜਾਮ ਦੇ ਇਹਨਾਂ ਨੂੰ। ਨਹੀਂ ਜਨਮ ਬਿਰਥਾ ਜਾਤ ਰੰਗ ਮਾਇਆ ਕੇ। ਹੁਣ ਸਚਿਆਰ ਬਣਨ ਦਾ ਯਤਨ ਨਹੀਂ ਕਰੇਗਾ। ਬਿਗਨਿੰਗ ਲੈਸਨ ਵਿੱਚ ਸਤਿਗੁਰੂ ਨੇ ਸਮਝਾਇਆ ਸੀ ਕਿ ਸਚਿਆਰਾ ਹੋਈ ਹੈ, ਕਿਉਂ ਕੂੜਾ ਪਿੱਟੈ ਪਾਲ। ਜਨਮ ਮਾਇਆ ਦੇ ਰੰਗ ਵਿੱਚ ਵਿਅਰਥ ਚਲਾ ਜਾਵੇਗਾ। ਜਿਨੇ ਗੁਰਮੁਖ ਨਾਮ ਤੇ ਆਇਆ, ਵਿੱਚੋਂ ਆਪ ਗਵਾਏ, ਓਏ ਅੰਦਰੋਂ ਬਾਹਰੋਂ ਨਿਰਮਲੇ, ਸੱਚੇ ਸੱਚ ਸਮਾਏ। ਜਿਨ੍ਹਾਂ ਨੇ ਸਕੇ ਨੂੰ ਸਿਆਰੀ ਗੁਰਮੁਖ ਗੁਰੂ ਦੀ ਬਾਣੀ ਦੇ ਰਾਹੀਂ ਆਪਣਾ ਧਿਆਨ ਨਾਮ ਦੇ ਵੱਲ ਲਾਇਆ ਹੈ, ਈਗੋ ਹਉਮੈ ਖਤਮ ਕੀਤੀ ਹੈ, ਉਹ ਅੰਦਰੋਂ ਅਤੇ ਬਾਹਰੋਂ ਨਿਰਮਲ ਪਾਕ ਪਵਿੱਤਰ ਹੋ ਕੇ
ਸੱਚੇ ਸੱਚ ਸਮਾਏ, ਸੱਚ ਦੇ ਵਿੱਚ ਸਮਾ ਗਏ ਹਨ। ਤੇ ਫਿਰ ਨਾਨਕ ਆਏ ਤੇ ਪਰਵਾਨ ਹੈ। ਵੀ ਦੁਨੀਆ ਕਾਹੇ ਆਇਆ, ਆਇਆ ਸਫਲ ਹੋ ਗਿਆ, ਆਇਆ ਪਰਵਾਨ ਹੋ ਗਿਆ, ਜਿਨ ਗੁਰਮਤਿ ਹਰ ਧਿਆਏ। ਜਿਨ੍ਹਾਂ ਨੇ ਗੁਰੂ ਦੀ ਮੱਤ ਦੇ ਰਾਹੀਂ, ਗੁਰੂ ਦੀ ਬਾਣੀ ਰਾਹੀਂ ਆਪਣਾ ਧਿਆਨ ਹਰੀ ਦੇ ਗੁਣਾਂ ਵੱਲ ਕੀਤਾ। ਅੱਗੇ ਸਤਿਗੁਰੂ ਹੋਰ ਇੱਕ ਤਰ੍ਹਾਂ ਸਮਝਾਉਣਾ ਕਰਦੇ ਹਨ। ਆਏ ਸੇ ਪਰਵਾਨ ਹੈ, ਜਿਨ ਗੁਰ ਮਿਲਿਆ ਸੁਭਾਏ। ਹੁਣ ਕਲਾਸ ਦੇ ਅੰਦਰ, ਕਾਲਜ ਦੇ ਅੰਦਰ, ਯੂਨੀਵਰਸਿਟੀ ਦੇ ਅੰਦਰ ਆਇਆ ਤਾਂ ਪਰਵਾਨ ਹੋਵੇਗਾ ਨਾ, ਜੇ ਮੈਂ ਗੁਰੂ ਦੀ ਕਲਾਸ ਵਿੱਚ ਬੈਠ ਕੇ ਆਪਣੀ ਹਾਜ਼ਰੀ ਲਵਾਉਂਦਾ ਹਾਂ ਤੇ ਉਹਦਾ ਲੈਸਨ ਲੈਂਦਾ ਹਾਂ। ਇਹ ਹੈ ਗੁਰੂ ਨਾਲ ਮਿਲਾਪ। ਸੱਚੇ ਸੇਤੀ ਰਤਿਆਂ ਦਰਗਾਹ ਬਹਿ ਸੰਜਾਏ, ਕਰਤੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ। ਪੂਰਬ ਵੀ ਪਹਿਲਾ, ਨਾ ਕਿ ਜਨਮ ਤੋਂ ਪਹਿਲਾਂ, ਜਸਟ ਬਿਫੋਰ ਦਾ ਪ੍ਰੈਜ਼ੈਂਟ। ਸਤਿਗੁਰੂ ਅੱਗੇ ਇਸੇ ਗੱਲ ਨੂੰ ਸਮਝਾਉਂਦੇ ਨੇ। ਵੀ ਦੁਨੀਆ ਕਾਹੇ ਆਇਆ। ਹੁਣ ਸਰੀਰ ਨੂੰ ਵੀ ਪੁੱਛਦੇ ਨੇ ਸਤਿਗੁਰੂ, ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ ਕੈ ਕਿਆ ਤੁਧ ਕਰਮ ਕਮਾਇਆ। ਕਿਹੜੇ ਕਿਹੜੇ ਕੰਮ ਕੀਤੇ ਨਹੀਂ, ਜਰਾ ਮੈਨੂੰ ਵੀ ਦੱਸ। ਗੁਰੂ ਪਾਤਸ਼ਾਹ ਸਾਡਾ ਐਗਜ਼ਾਮ ਲੈ ਰਹੇ ਨੇ, ਪੁੱਛ ਰਹੇ ਨੇ ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ। ਇਸ ਸੰਸਾਰ ਵਿੱਚ ਆ ਕੇ ਤੂੰ ਕਿਹੜੇ ਕਰਮ ਕੀਤੇ ਨੇ, ਜਰਾ ਰਤਾ ਮੈਨੂੰ ਵੀ ਦੱਸ ਦੇ। ਦਿਨ ਹਰ ਤੇਰਾ ਰਤਨ ਰਚਿਆ, ਸੋ ਹਰ ਮਨ ਨਾ ਵਸਾਇਆ। ਜਿਹਨੇ ਤੈਨੂੰ ਇਹ ਸਾਰਾ ਕੁਝ ਦਿੱਤਾ ਸੀ, ਉਹਨੂੰ ਤੂੰ ਭੁੱਲ ਗਿਆ ਹੈ। ਦਾਤ ਪਿਆਰੀ ਵਿਸਰਿਆ ਵਪਾਰਾਂ ਵਾਲੇ ਜੀਵਨ ਬਤੀਤ ਕਰਦਾ ਹੈ। ਜਿਹਨੇ ਤੇਰੀ ਬਣਤ ਬਣਾਈ, ਜਿਹਨੇ ਤੇਰਾ ਸਰੀਰ ਬਣਾਇਆ, ਜਿਹਨੇ ਤੇਰਾ ਮਨ ਬਣਾਇਆ, ਉਹਨੂੰ ਯਾਦ ਨਹੀਂ ਕਰਦਾ ਹੈ, ਆਪਣੇ ਮਨ ਵਿੱਚ ਨਹੀਂ ਲੈ ਕੇ ਆਉਂਦਾ ਹੈ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹ ਸਰੀਰ ਪਰਵਾਨ ਹੋਵਾ। ਹੁਣ ਇਹ ਹਾਰੇ ਨੂੰ ਔਂਕੜ ਹੈ। ਇਟ ਬਿਕਮ ਫਸਟ ਪਰਸਨ ਸਿੰਗੂਲਰ, ਇੱਕ ਵਚਨ ਦੀ ਕਿਰਿਆ ਹੈ। ਹਾਏ ਦਾ ਔਂਕੜ ਨਹੀਂ ਬੋਲਣਾ, ਇਹਨੂੰ ਇਹੋ ਨਹੀਂ ਪੜਨਾ ਹੈ, ਗਲਤ ਉਚਾਰਨ ਹੈ। ਕਹਿ ਨਾਨਕ ਇਹ ਸਰੀਰ ਪਰਵਾਨ ਹੋਵਾ। ਇਹ ਔਂਕੜ ਅਰਥ ਸਮਝਣ ਵਾਸਤੇ ਹੈ, ਪੜਨ ਵਾਸਤੇ ਨਹੀਂ। ਹੁਣ ਨਾਨਕ ਦੇ ਕੱਕੇ ਨੂੰ ਵੀ ਔਂਕੜ ਹੈ। ਦੇਖੋ, ਸਰੀਰ ਦੇ ਰਾਰੇ ਨੂੰ ਵੀ ਔਂਕੜ ਹੈ, ਪਰਵਾਨ ਅਡਾਣੇ ਨੂੰ ਵੀ ਔਂਕੜ ਹੈ। These all are the singular word। ਕਹਿ ਨਾਨਕ ਇਹ ਸਰੀਰ ਪਰਵਾਨ, ਪਰਟੀਕੂਲਰ ਸਰੀਰ ਦੀ ਗੱਲ ਹੋ ਰਹੀ ਹੈ। ਇਹ ਸਰੀਰ ਪਰਵਾਨ ਹੋਆ। ਕਿਹੜਾ ਦਿਨ ਸਤਿਗੁਰ ਸਿਓ ਚਿੱਤ ਲਾਇਆ, ਜਿਨ੍ਹਾਂ ਨੇ ਸਤਿਗੁਰੂ ਨਾਲ ਚਿੱਤ ਲਾਇਆ ਹੈ। ਵਿੱਚ ਦੁਨੀਆ ਕਾਹੇ ਆਇਆ, ਗੁਰਮੁਖੀਆਂ ਮੂੰਹ ਸੋਹਣੇ ਗੁਰ ਕੈ ਪਿਆਰ। ਗੁਰਮੁਖੀਆਂ, ਗੁਰੂ ਕੇ ਸਿੱਖ ਸੋਹਣੇ ਮੁਖ ਵਾਲੇ ਬਣਦੇ ਹਨ ਜਦੋਂ ਉਹਨਾਂ ਦਾ ਗੁਰੂ ਨਾਲ ਪਿਆਰ ਬਣਦਾ ਹੈ। ਤੇ ਪਿਆਰ ਵਿੱਚ ਕੀ ਕਰਦੇ ਨੇ? ਸੱਚੀ ਭਗਤੀ ਸਤ ਰਤੇ ਦਰ ਸੱਚੈ ਸਚਿਆਰ। ਇਸ ਸੰਸਾਰ ਵਿੱਚ ਆਉਣ ਦਾ ਜੋ ਮਕਸਦ ਸੀ ਉਹ ਪੂਰਾ ਹੁੰਦਾ ਹੈ, ਸਫਲ ਹੁੰਦਾ ਹੈ। ਭਗਤੀ ਵੀ ਸੱਚੀ, ਪਰਮੇਸ਼ਰ ਦੇ ਗੁਣ ਵੀ ਸੱਚੇ, ਉਹ ਸੱਚ ਵਿੱਚ ਰਤੇ ਹੋਏ ਸਚਿਆਰ ਬਣ ਕੇ ਸੱਚ ਅਕਾਲ ਪੁਰਖ ਦੀ ਦਰਗਾਹ ਤੇ ਪ੍ਰਵਾਨ ਹੁੰਦੇ ਨੇ। ਆਏ ਸੇ ਪਰਵਾਨ ਹੈ, ਸਭ ਕੁਲ ਕਾ ਕਰੇ ਉਦਾਰ। ਕੁਲ ਖਾਨਦਾਨ ਨੂੰ ਕਹਿੰਦੇ ਨੇ। ਇੱਥੇ ਸਰੀਰਕ ਖਾਨਦਾਨ ਦੀ ਗੱਲ ਨਹੀਂ ਹੋ ਰਹੀ, ਮੇਰੇ ਬਜ਼ੁਰਗਾਂ ਪੂਰਵਜਾਂ ਦੀ ਗੱਲ ਨਹੀਂ ਹੋ ਰਹੀ। ਇਹ ਜਿਹੜਾ ਮੇਰੇ ਮਨ ਦਾ ਕੁੱਲ ਹੈ, ਮੇਰੇ ਸਰੀਰ ਦਾ ਜਿਹੜਾ ਕੁੱਲ ਹੈ, ਮੇਰੇ ਸਰੀਰ ਦਾ ਸੰਸਾਰ, ਮੇਰੇ ਕਰਮ ਇੰਦਰੇ, ਮੇਰੇ ਗਿਆਨ ਇੰਦਰੇ ਹਨ। ਮੇਰੇ ਮਨ ਦਾ ਵੀ ਆਪਣਾ ਸੰਸਾਰ ਹੈ।
ਕਹਿੰਦੇ ਨੇ ਜਦੋਂ ਮੈਂ ਮਨ ਮਤ ਬੁੱਧ ਕਰਕੇ ਗੁਰੂ ਦੀ ਬਾਣੀ ਦੇ ਨਾਲ ਪਿਆਰ ਕਰਦਾ ਹਾਂ, ਸਚਿਆਰ ਬਣਦਾ ਹਾਂ, ਮੇਰਾ ਆਇਆ ਪ੍ਰਵਾਨ ਹੈ। ਤੇ ਮੇਰੇ ਜਿਹੜੇ ਸਰੀਰ ਦੇ ਆਰਗਨ ਨੇ, ਮੇਰੇ ਮਨ ਦਾ ਜੋ ਸੰਸਾਰ ਹੈ, ਉਹਦਾ ਵੀ ਉਧਾਰ ਹੁੰਦਾ ਹੈ। ਸਤਿਗੁਰ ਜਿਨੀ ਨਾ ਸੇਵਿਓ ਤੇ ਕਿਤ ਆਏ ਸੰਸਾਰ, ਕਿਤ ਆਏ ਸੰਸਾਰ, ਤੇ ਦੁਨੀਆ ਕਾਹੇ ਆਇਆ। ਤੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ, ਗੁਰੂ ਦਾ ਲੈਸਨ ਨਹੀਂ ਲਿਆ, ਸੰਸਾਰ ਵਿੱਚ ਕਾਹਦੇ ਵਾਸਤੇ ਆਇਆ ਹੈ। ਆਓ ਅੰਜਾਈ ਇਸਮਾ ਤੂੰ ਗਵਾ ਦਿੱਤਾ ਹੈ। ਜਮਦਰ ਬੱਧੇ ਮਾਰੀਆਂ, ਕੂਕ ਨਾ ਸੁਣੈ ਪੁਕਾਰ। ਜਦੋਂ ਗੁਰੂ ਨਹੀਂ ਹੈ ਤਾਂ ਮਨ ਮਾਇਆ ਵਿੱਚ ਹੈ, ਤੇ ਉਹ ਜਮ ਜਿਹੜਾ ਹੈ ਬਨ ਕੇ ਮਾਰਦਾ ਹੈ, ਸਜ਼ਾ ਮਿਲਦੀ ਹੈ। ਕਿਹਨੂੰ ਮਿਲਦੀ ਹੈ? ਇਸ ਮਨ ਨੂੰ। ਵਹੀ ਉਸ ਵੇਲੇ ਫਿਰ ਪੁਕਾਰ ਨਹੀਂ ਸੁਣੀ ਜਾਂਦੀ, ਤਾਂ ਰਿਜ਼ਲਟ ਬਿਰਥਾ ਕਰਮ ਗਵਾਇਆ, ਮਰ ਜੰਮੈ ਵਾਰੋ ਵਾਰ। ਬਿਰਥਾ ਜਨਮ ਐ ਸਮਾਂ ਅੰਜਾਈ ਵੇਸਟ ਕਰ ਦਿੱਤਾ। ਮਨ ਕਦੀ ਮਰਦਾ ਹੈ, ਕਦੇ ਜੰਮਦਾ ਹੈ। ਮਨ ਕਦੀ ਬਹੁਤ ਖੁਸ਼ ਹੁੰਦਾ ਹੈ, ਮਨ ਕਦੇ ਉਦਾਸ ਹੋ ਜਾਂਦਾ ਹੈ। ਕਬਹੂ ਜਿਹੜਾ ਖੂਬ ਛੜਤ ਹੈ, ਕਬਹੂ ਜਾਏ ਭਿਆਲੇ, ਮਰ ਜੰਮੈ ਵਾਰੋ ਵਾਰ। ਇਹ ਮਨ ਰੋਜ਼ ਰੋਜ਼ ਵਿਕਾਰਾਂ ਵਿੱਚ ਮਰਦਾ ਹੈ, ਦੁੱਖ ਵਿੱਚ ਮਰਦਾ ਹੈ, ਖੁਸ਼ੀ ਵਿੱਚ ਜਨਮ ਲੈਂਦਾ ਹੈ। ਇਹ ਮਨ ਦੇ ਜਨਮ ਮਰਨ ਦੀ ਗੱਲ ਹੋ। ਇੱਕ ਸੱਚ ਬਣਨ ਦੇ ਸ਼ਬਦ ਪਿਆਰੇ, ਕਈ ਸ਼ਬਦ ਦੇ ਰਾਹੀਂ ਸੱਚ ਦਾ ਵਪਾਰ ਕਰਦੇ ਨੇ, ਤੇ ਗੁਰੂ ਦੇ ਪਿਆਰੇ ਬਣਦੇ ਨੇ, ਗੁਰੂ ਦੇ ਪਿਆਰੇ ਸਿੱਖ ਬਣਦੇ ਨੇ। ਆਪ ਤਰ੍ਹਾਂ ਸਗਲੇ ਕੁਲ ਤਾਰੇ, ਆਪ ਵੀ ਤਰ ਜਾਂਦੇ ਨੇ, ਤੇ ਆਪਣਾ ਕੁਲ ਫਿਰ ਉਹੀ ਗੱਲ, ਸਰੀਰਕ ਤੌਰ ਤੇ ਆਪਣਾ ਆਲਾ ਦੁਆਲਾ, ਤੇ ਮਾਨਸਿਕ ਤੌਰ ਤੇ ਸਰੀਰ ਦੇ ਕਰਮ ਇੰਦਰੇ, ਗਿਆਨ ਇੰਦਰੇ, ਤੇ ਮਨ ਦਾ ਸੰਸਾਰ, ਉਹ ਕੁਲ ਵੀ ਤਰ ਜਾਂਦਾ ਹੈ। ਆਏ ਤੇ ਪਰਵਾਨ ਹੋਏ, ਮਿਲ ਪ੍ਰੀਤਮ ਸੁਖ ਪਾਵਣਿਆ। ਆਇਆ ਪਰਵਾਨ ਹੋਇਆ, ਮੇਰੇ ਸਾਰੇ ਕਰਮ ਗਿਆਨ ਇੰਦਰੇ ਮਨ ਮਤ ਬੁੱਧ ਕਹਿੰਦੇ ਨੇ ਇਹ ਤਰ ਗਏ, ਤੇ ਉਸ ਮਾਲਕ ਪਰਮੇਸ਼ਰ ਨਾਲ ਮਿਲ ਕੇ I am in the bliss, permanent bliss। ਅੰਦਰ ਵਤ ਮੂੜਾ ਬਾਹਰ ਪਾਲੇ, ਮਨਮੁਖ ਅੰਦੇ ਫਿਰੈ ਬਿਪਾਲੇ। ਹੁਣ ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ। ਹੁਣ ਮੂਰਖ ਜੋ ਹੈ ਉਹ ਨਹੀਂ ਜਾਣਦਾ, ਸਮਝ ਨਹੀਂ ਰਿਹਾ ਹੈ, ਮਨਮੁਖ ਹੈ। ਉਹ ਪਰਮੇਸ਼ਰ, ਉਹ ਸੱਚ ਅੰਦਰ ਹੈ। ਮੂਰਖ ਇਨਸਾਨ ਆਪਣੀਆਂ ਸਿਆਣਪਾਂ ਕਰਕੇ ਬਾਹਰੋਂ ਲੱਭ ਰਿਹਾ ਹੈ, ਤੇ ਕੀ ਬਣ ਗਿਆ? ਮਨਮੁਖ ਬਣ ਗਿਆ। ਅੰਧੇ, ਲੈਕ ਆਫ ਨੌਲੇਜ, ਅਗਿਆਨਤਾ ਵਿੱਚ ਫਸ ਗਿਆ ਹੈ। ਫਿਰੈ ਬੇਤਾਲੇ, ਫਿਰਦੇ ਹਨ ਉਹ ਸਾਰੇ ਦੇ ਸਾਰੇ, ਬਿਨਾਂ ਤਾਲ ਤੋਂ, ਬਿਨਾਂ ਰਿਦਮ ਤੋਂ, ਬਿਨਾਂ ਨਿਯਮ ਮਰਿਆਦਾ ਤੋਂ ਆਪਣੀ ਜ਼ਿੰਦਗੀ ਵਿੱਚ ਭਟਕ ਰਹੇ ਨੇ। ਸਤਿਗੁਰੂ ਅੱਗੇ ਸਮਝਾਉਣਾ ਕਰਦੇ ਨੇ, ਮਨਮੁਖ ਨਾਮ ਮਿਹੂਣਿਆ, ਰੰਗ ਕੁਸੰਬਾ ਦੇਖ ਨਾ ਪੁਰ। ਮਨਮੁਖ ਮੂਰਖ, ਮੂਰਖ ਸੱਚ ਨਾ ਜਾਣਨੀ। ਮਨਮੁਖ ਹੈ, ਨਾਮ ਤੋਂ ਸਖਣਾ ਹੈ, ਨਾਮ ਤੋਂ ਖਾਲੀ ਹੈ, ਗੁਣਹੀਨ ਹੈ, ਤੇ ਮਾਇਆ ਦੇ ਕੱਚੇ ਰੰਗ, ਮਾਇਆ ਦੇ ਨਾਸ਼ਵਾਨ ਪਿਆਰ ਦੇ ਵਿੱਚ ਦੇਖ ਕੇ ਭੁੱਲੀ ਬੈਠਾ ਹੈ, ਰਾਹ ਭੁੱਲ ਗਿਆ ਹੈ, डायरेक्शन गलत ले लिया। इसका रंग दिन तोड़ लिया, सोचा इसका मूल, माया दा रंग कच्चा है, उतर जाएगा। माया दा प्यार झूठा है, खत्म हो जाएगा, थोड़े दिन दा है। सोचा ਇਹਦਾ ਮੁੱਲ ਹੀ ਕੋਈ ਨਹੀਂ, बेकार है, यूजलेस है। दूजे लगे पत मुए, मूर्ख अंध गवार। मूर्ख सच ना जाने, मूर्ख जो है, मनमुख जो है, अज्ञानता विच है, गवार है,
ਇੱਕ ਪਰਮੇਸ਼ਰ, ਇੱਕ ਸੱਚ ਨੂੰ ਛੱਡ ਕੇ ਦੂਜਾ ਲੱਗੇ, ਦੂਜਾ, ਤੀਜਾ, ਚੌਥਾ, ਫਲਾਣਾ ਬਾਬਾ, ਫਲਾਣਾ ਬਾਬਾ, ਫਲਾਣਾ ਬਾਬਾ। ਪੱਜ ਮੂਏ ਹੱਥ ਹੋ ਕੇ, ਦੁਖੀ ਹੋ ਕੇ ਵਿਕਾਰਾਂ ਵਿੱਚ ਮਰਦੇ ਹਨ। ਪਰ ਪੰਡਿਤ ਦੇ ਵਖਾਣਾ ਮਾਇਆ ਮੋਹ ਖਵਾਏ। ਜਿਹੜੇ ਪ੍ਰਚਾਰਕ, ਜਿਹੜੇ ਕੇਵਲ ਪੜ੍ਹਦੇ ਨੇ, ਪੜ੍ਹਨਾ ਹੀ ਸਾਰਾ ਕੁਝ ਸਮਝੀ ਬੈਠੇ ਨੇ, ਸਾਰਾ ਕੁਝ ਮਾਇਆ ਮੋਹ ਲਈ ਕਰਦੇ ਨੇ। ਅੱਜ ਮੈਂ ਸੁਖਮਨੀ ਸਾਹਿਬ ਦਾ ਪਾਠ ਇਸ ਕਰਕੇ ਕਰਾਂਦਾ ਹਾਂ ਵੀ ਸੁੱਖ ਮੇਰੇ ਘਰ ਆ ਜਾਣਗੇ। ਪਤਾ ਨਹੀਂ ਫੈਡੈਕਸ ਰਾਹੀਂ ਆਉਣੇ ਆ, ਕਿ DHL ਰਾਹੀਂ ਆਉਣੇ ਆ, ਕਿ ਕਿਹੜੀ ਡਾਕ ਰਾਹੀਂ ਆਉਣੇ ਆ, ਕਿਹੜਾ ਕੋਰੀਅਰ ਆਉਣਾ ਹੈ। ਪੜ੍ਹਨਾ ਸ਼ੁਰੂਆਤ ਹੈ, ਸੁਣਨਾ ਆਰੰਭ ਹੈ, ਮੰਜ਼ਲ ਨਹੀਂ ਹੈ। ਦੂਜੇ ਪਾਏ ਹਰ ਨਾਮ ਵਿਸਾਰਿਆ, ਮਨ ਮੂਰਖ ਮਿਲਾ ਸਜਾਏ। ਮਨਮੁਖੀ ਜਨਮ ਗਵਾਇਆ। ਜਿਹੜਾ ਮੂਰਖ ਇਨਸਾਨ ਹੈ, ਆਪਣੇ ਮਨ ਦੀ ਕਰਦਾ ਹੈ, ਉਹਨੂੰ ਫਿਰ ਇਹ ਸਜ਼ਾ ਮਿਲਦੀ ਹੈ। ਉਹਦਾ ਸਮਾਂ, ਉਹਦਾ ਜੀਵਨ ਅਣਜਾਈ ਚਲਾ ਜਾਂਦਾ ਹੈ। ਜਿਨ ਜਿਉ ਪਿੰਡ ਦਿੱਤਾ ਤਿਸ ਕਬਹੂ ਨਾ ਚੇਤਾ, ਜੋ ਦੇਂਦਾ ਰਿਜ਼ਕ ਸਮਾਏ। ਜੋ ਮਾਲਕ ਰੋਟੀ ਰਿਜ਼ਕ ਪਾਲਣਾ ਕਰ ਰਿਹਾ ਸੀ, ਮੇਰੀ ਸੰਭਾਲ ਕਰ ਰਿਹਾ ਸੀ, ਜਿਹਨੇ ਇਹ ਸਰੀਰ, ਇਹ ਜਿੰਦ ਜਾਨ ਦਿੱਤਾ ਹੈ, ਇਹ ਮਨਮੁਖ ਬਣ ਕੇ ਉਸ ਮਾਲਕ ਨੂੰ ਯਾਦ ਨਹੀਂ ਕਰਦਾ। ਪੰਡਿਤ ਪੜ ਉੱਚਾ ਕੂਕਦਾ, ਮਾਇਆ ਮੋਹ ਪਿਆਰ। ਉੱਚਾ ਉੱਚਾ ਕੂਕਦੇ ਨੇ, ਬੋਲਦੇ ਨੇ, ਪਰ ਸਾਰੇ ਕਰਮ ਮਾਇਆ ਮੋਹ ਦੇ ਪਿਆਰ ਵਿੱਚ, ਬੰਧਨਾਂ ਵਿੱਚ। ਮਾਇਆ ਨਾਲ ਪਿਆਰ ਹੈ, ਪਰਮੇਸ਼ਰ ਨਾਲ ਨਹੀਂ। ਦੁਨਿਆਵੀ ਪਦਾਰਥਾਂ ਨਾਲ ਪਿਆਰ ਹੈ, ਸਤਿਗੁਰੂ ਦੀ ਮੱਤ ਨਾਲ ਨਹੀਂ। ਕਿਉਂ? ਅੰਤਰ ਬ੍ਰਹਮ ਨ ਚੀਨਈ, ਮਨ ਮੂਰਖ ਗਾਵਾ। ਕਿਉਂਕਿ ਮੂਰਖ ਹੈ, ਮਨਮੁਖ ਹੈ। ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ। ਅੰਦਰ ਪਰਮੇਸ਼ਰ ਨੂੰ ਨਹੀਂ ਪਛਾਣਦਾ ਹੈ। ਚੀਨਣਾ, ਪਛਾਣ ਕਰਨੀ, ਜਾਣ ਲੈਣਾ। ਕਿਉਂਕਿ ਮੂਰਖਤਾ ਵਿੱਚ ਹੈ, ਇਹਨੂੰ ਪਰਮੇਸ਼ਰ ਨਜ਼ਰ ਨਹੀਂ ਆ ਰਿਹਾ ਹੈ। ਮਾਇਆ ਦੀ ਦੀਵਾਰ ਹੈ, ਕੂੜ ਦੀ ਦੀਵਾਰ ਹੈ, ਹਉਮੈ ਦੀ ਦੀਵਾਰ ਹੈ, ਜਿਹੜੀ ਇਸ ਮਨੁੱਖੀ ਮੂਰਖ ਮਨ ਨੂੰ ਪਰਮੇਸ਼ਰ ਦੇ ਨਾਲ ਮਿਲਣ ਨਹੀਂ ਦਿੰਦੀ ਹੈ। ਮੂਰਖ ਭੋਗੇ ਭੋਗ ਦੁੱਖ ਸਬਾਇਆ। ਮੂਰਖ ਸੰਸਾਰ ਦੇ ਮਟੀਰੀਅਲ ਦੇ ਭੋਗਾਂ ਨੂੰ ਭੋਗਦਾ ਹੈ। ਮਾਇਆ ਵਿੱਚ ਇੰਨਾ ਖਤਤ ਹੈ, ਦਿਨ ਰਾਤ। ਅਸੀਂ ਕਹਿ ਦਿੰਦੇ ਆ ਨਾ, ਭਾਈ ਸਾਹਿਬ ਜੀ ਬੜਾ ਵੱਡਾ ਬਿਜ਼ਨਸ ਹੈ, ਟਾਈਮ ਹੀ ਨਹੀਂ ਹੈ ਪਾਠ ਕਰਨ ਦਾ। ਨੌਕਰੀ ਦੇ ਓਵਰ ਟਾਈਮ ਕਰਦੇ ਹਾਂ, ਟਾਈਮ ਹੀ ਨਹੀਂ ਹੈ ਗੁਰਮਤਿ ਘਰ ਸਿੱਖਣ ਦਾ, ਬੱਚਿਆਂ ਨੂੰ ਸਿਖਾਉਣ ਦਾ। ਮੂਰਖ ਭੋਗੇ ਭੋਗ ਦੁੱਖ ਸਬਾਇਆ। ਸਾਰੇ ਭੋਗ ਭੋਗਦਾ ਹੈ ਤੇ ਫਿਰ ਵੀ ਦੁਖੀ ਹੈ। ਜਿਹਦੇ ਕੋਲ ਸਾਈਕਲ ਹੈ ਉਹ ਵੀ ਦੁਖੀ, ਜਿਹਦੇ ਕੋਲ ਸਕੂਟਰ ਹੈ ਉਹ ਵੀ ਦੁਖੀ, ਜਿਹਦੇ ਕੋਲ ਕਾਰ ਹੈ ਉਹ ਵੀ ਦੁਖੀ, ਜਿਹਦੇ ਕੋਲ ਵੱਡੀ ਕਾਰ ਹੈ ਉਹ ਵੀ ਦੁਖੀ, ਜਿਹਦੇ ਕੋਲ ਲਗਜ਼ਰੀ ਕਾਰ ਹੈ ਉਹ ਵੀ ਦੁਖੀ, ਜਿਨ੍ਹਾਂ ਕੋਲ ਹਵਾਈ ਜਹਾਜ਼ ਨੇ ਉਹ ਵੀ ਦੁਖੀ ਨੇ। ਯਾਦ ਰੱਖ ਲੈ, ਸੁਖ ਨਹੀਂ ਬਹੁਤੇ ਧਨ ਖਾਟੇ। ਸੁਖ ਧਨ ਵਿੱਚ ਨਹੀਂ ਨੇ, ਮਨ ਦਾ ਸੁਖ ਜੋ ਹੈ ਉਹ ਪਰਮੇਸ਼ਰ ਦੇ ਨਾਮ ਗੁਣ ਵਿੱਚ ਹੈ। ਮੂਰਖ ਭੋਗੇ ਭੋਗ ਦੁੱਖ ਸਬਾਇਆ, ਸੁਖੋਂ ਉੱਠੇ ਰੋਗ ਪਾਪ ਕਮਾਇਆ। ਸੁਖ ਜਿਹੜੇ ਸਨ, ਮਾਇਆ ਵਿੱਚ ਫਸ ਕੇ, ਸੁੱਖਾਂ ਦੇ ਵਿੱਚ ਫਸ ਕੇ ਪਾਪ ਕਮਾਉਣ ਲੱਗ ਗਿਆ। ਜਦੋਂ ਪੈਸਾ ਬਹੁਤ ਆ ਜਾਵੇ, ਕਮਾਈ ਬਹੁਤ ਆ ਜਾਵੇ, ਰੋਗ ਬਣ ਜਾਂਦੇ ਨੇ, ਮੁਸ਼ਕਲਾਂ ਬਣ ਜਾਂਦੀਆਂ ਨੇ, ਪਾਪ ਦੀ ਕਮਾਈ ਬਣਦੀ ਜਾ ਰਹੀ ਹੈ। ਹਰ ਖੋਂ ਸੋਗ ਵਿਜੋਗ ਉਪਾਏ ਖਪਾਇਆ। ਖੁਸ਼ੀ ਹਰ ਸੋਗ ਦੁੱਖ ਵਿਜੋਗ ਵਿਛੋੜਾ ਉਪਾਏ ਖਪਾਇਆ। ਸਾਰਾ ਜੀਵਨ ਇੱਕ ਅਨਬੈਲੈਂਸ ਲਾਈਫ ਵਿੱਚ ਜਾ ਰਿਹਾ। ਤੇ ਫਿਰ ਮੂਰਖ ਕੀ ਆਖਦਾ ਹੈ?
ਮੂਰਖ ਗਣਤ ਗਣਾਏ ਝਗੜਾ ਪਾਇਆ। ਫਿਰ ਉਹ ਗਿਣਤੀਆਂ ਗੰਦਾ ਹੈ, ਚੰਗੇ ਕੰਮਾਂ ਤੇ ਵੀ ਮਾੜਿਆਂ ਦਾ ਵੀ। ਮੈਂ ਇੰਨਾ ਕਮਾ ਲਿਆ, ਮੈਂ ਇਹ ਬਣਾ ਲਿਆ, ਦੋ ਕਰਮ ਚੰਗੇ ਕਰ ਲਏ, ਮੈਂ ਦੋ ਸੁਖਮਨੀ ਸਾਹਿਬ ਦੇ ਪਾਠ ਕੀਤੇ। ਗਿਣਤੀ ਜਿਹੜੀ ਹੈ ਉਹ ਮੂਰਖਾਂ ਦਾ ਵਿਸ਼ਾ। ਚੰਗੇ ਕਰਮ ਕਰਨ ਵਾਲੇ ਗਿਣਿਆ ਨਹੀਂ ਕਰਦੇ, ਉਹ ਅਵੇਅਰ ਹੁੰਦੇ ਨੇ, ਸੁਚੇਤ ਹੁੰਦੇ ਨੇ, ਝਗੜਾ ਨਹੀਂ ਪਾਉਂਦੇ। ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ। ਹੁਣ ਇਹ ਸਿਆਣਪ, ਇਹ ਅਕਲ, ਇਹ ਸੋਝੀ, ਇਹ ਗਿਆਨ ਗੁਰੂ ਕੋਲ ਹੈ। ਉਹਦੇ ਲੱਗਿਆ ਇਹ ਝਗੜ ਚੁਕਾਏ ਜਾ ਸਕਦੇ ਨੇ, ਇਹ ਗਿਣਤੀਆਂ ਮਿਣਤੀਆਂ ਖਤਮ ਹੋ ਜਾਂਦੀਆਂ ਨੇ। ਕਰਤਾ ਕਰੇ ਸੋ ਨਾ ਚਲੈ ਚੁਦਾਇਆ। ਇਹ ਮਨ ਵਿੱਚ ਪੱਕਾ ਧਾਰਨਾ ਹੈ ਕਿ ਪਰਮੇਸ਼ਰ ਜੋ ਕਰਦਾ ਹੈ ਉਹੀ ਹੋਣਾ ਹੈ। ਇਹ ਪੱਕਾ ਬੰਨ ਲਓ। ਮਹਾਰੁਤੀ ਸਤੂ ਘੜੀ ਮੂਰਤ ਵਿਚਾਰਾ। ਹਰ ਜਗ੍ਹਾ ਤੂੰ ਹੈ ਪਰਮੇਸ਼ਰ, ਹਰ ਵੇਲੇ ਤੂੰ ਹੈ, ਹਰ ਘੜੀ, ਹਰ ਸਮੇਂ, ਹਰ ਜਗ੍ਹਾ ਤੇ ਤੂੰ ਮੌਜੂਦ ਹੈ। ਪਰ ਇਹ ਗੱਲ ਸਮਝ ਆਵੇਗੀ ਵਿਚਾਰ ਦੇ ਨਾਲ। ਤੂੰ ਗਣਤ ਹੈ ਕਿਨੇ ਨਾ ਪਾਇਓ, ਗਿਣਤੀ ਨਾਲ ਰੱਬ ਨਹੀਂ ਲੱਭਣਾ। ਮੈਂ 40 ਸੁਖਮਨੀ ਸਾਹਿਬ ਦੇ ਪਾਠ ਕੀਤੇ, 2000 ਮੰਗਲਾਚਰਨ ਦੇ ਪਾਠ ਕੀਤੇ, ਮੈਂ ਆਹ ਪਾਠ ਕੀਤੇ, ਮੈਂ ਉਹ ਪਾਠ ਕੀਤੇ। ਸੱਚੇ ਅਲਖ ਅਪਾਰਾ, ਮੇਰੇ ਸੱਚੇ ਮਾਲਕ ਜੀ, ਜਿਹੜਾ ਲਿਖਿਆ ਨਹੀਂ ਜਾ ਸਕਦਾ, ਜਿਹੜਾ ਅਪਾਰ, ਜਿਹਦਾ ਪਾਰਲਾ ਬੰਨਾ ਨਹੀਂ ਹੈ, ਉਹ ਪਰਮੇਸ਼ਰ ਗਿਣਤੀਆਂ ਦੇ ਨਾਲ ਨਹੀਂ ਪ੍ਰਾਪਤ ਹੁੰਦਾ ਹੈ। ਪੜਿਆ ਮੂਰਖ ਆਖਿਆ ਤਿਸ ਲਭ ਲੋ ਅੰਕਾਰਾ। ਇਸ ਪੰਕਤੀ ਨੂੰ ਸਾਡੇ ਅਨਪੜ੍ਹ ਪ੍ਰਚਾਰਕ ਬਹੁਤ ਵਰਤਦੇ ਨੇ, ਕਿਉਂਕਿ ਆਪ ਪੜ੍ਹੇ ਲਿਖੇ ਨਹੀਂ ਹੁੰਦੇ, ਬਹੁਤੇ ਬਹੁਤ ਥੋੜੇ ਹਨ ਜਿਹੜੇ ਪੜ੍ਹੇ ਲਿਖੇ ਹਨ। ਹੁਣ ਇਹ ਪੰਕਤੀ ਜ਼ੋਰ ਜ਼ੋਰ ਦੀ ਸੁਣਾਉਣਗੇ ਵੀ ਪੜ੍ਹਿਆ ਹੋਇਆ ਮੂਰਖ ਹੈ। ਭਾਵ ਇੱਥੇ ਤੱਕ ਕਈ ਮੈਂ ਕਹਿੰਦੇ ਸੁਣੇ ਨੇ, ਕਹਿੰਦੇ ਨੇ ਜਿਹੜਾ ਪੜ੍ਹ ਜਾਂਦਾ ਹੈ ਬਹੁਤਾ ਉਹ ਮੂਰਖ ਬਣ ਜਾਂਦਾ, ਇਹ ਵੀ ਕਹਿ ਛੱਡਦੇ ਨੇ ਕਿਉਂਕਿ ਆਪ ਅਨਪੜ੍ਹ ਨਹੀਂ। ਇੱਥੇ ਸਤਿਗੁਰੂ ਦੀ ਗੱਲ ਸਮਝਣੀ ਹੈ। ਮੂਰਖ ਕੌਣ ਹੈ? ਜਿਹੜਾ ਸੱਚ ਨਹੀਂ ਜਾਣਦਾ, ਜਿਹੜਾ ਮਨਮੁਖ ਹੈ। ਪੜਿਆ ਮੂਰਖ ਭਾਵ ਜਿਹਦੇ ਕੋਲ ਗਿਆਨ ਹੈ, ਜਿਹਦੇ ਕੋਲ ਨੌਲੇਜ ਹੈ, ਪਰ ਉਹ ਉਸ ਗਿਆਨ ਨੂੰ, ਉਸ ਨੌਲੇਜ ਨੂੰ ਚੰਗੇ ਕਾਰਜ ਵਾਸਤੇ ਨਹੀਂ ਵਰਤਦਾ, ਉਹਦੀ ਪ੍ਰਾਪਰ ਵਰਤੋਂ ਨਹੀਂ ਕਰਦਾ ਹੈ, ਉਹ ਮੂਰਖ ਆਖਿਆ ਜਾਵੇਗਾ। ਇੱਕ 18 ਸਾਲ ਮੈਡੀਕਲ ਕਰਕੇ ਇੱਕ ਡਾਕਟਰ ਬਣ ਜਾਵੇ ਤੇ ਉਹ ਲੋਕਾਂ ਦੀ ਇਸ ਮੈਡੀਕਲ ਰਾਹੀਂ ਸੇਵਾ ਨਾ ਕਰੇ, ਉਹ ਮੂਰਖ ਗਿਣਿਆ ਜਾਵੇਗਾ। ਤੇ ਅੱਗੇ ਨਾਲ ਇਹਨੂੰ ਹੋਰ ਕਲੈਰੀਫਾਈ ਕਰ ਦਿੱਤਾ, ਜਿਸ ਲਭ ਲੋਭ ਹੰਕਾਰਾ। ਜੇ ਕੋਈ ਇਨਸਾਨ ਪੜ੍ਹ ਲਿਖ ਕੇ, ਇੰਟੈਲੀਜੈਂਟ ਹੋ ਕੇ, ਇੰਟਲੈਕਚੁਅਲ ਹੋ ਕੇ, ਉਹਦੇ ਲਭ ਲਾਲਚ ਹੈ, ਲੋਭ ਹੈ, ਦੁਨਿਆਵੀ ਸਵਾਦ ਨੇ, ਈਗੋ ਹੰਕਾਰ ਵਿੱਚ ਹੈ, ਉਹ ਮੂਰਖ ਹੈ। ਉਹਨੂੰ ਮੂਰਖ ਕਿਹਾ। ਪੜ੍ਹਾਈ ਲਿਖਾਈ, ਨੌਲੇਜ, ਗਿਆਨ ਮੂਰਖਤਾ ਨਹੀਂ ਹੈ, ਉਹ ਬਹੁਤ ਲਾਜ਼ਮੀ ਹੈ। ਸਤਿਗੁਰੂ ਅੱਗੇ ਸਮਝਾਉਣਾ ਕਰਦੇ ਨੇ, ਮੂਰਖ ਸੱਚ ਨਾ ਜਾਣਨੀ, ਮਨ ਮੁਖੀ ਜਨਮ ਗਵਾਇਆ, ਵੀ ਦੁਨੀਆ ਕਾਹੇ ਆਇਆ। ਹੁਣ ਇਹ ਵਿਸ਼ਾ ਬੜਾ ਲੰਬਾ ਹੈ। ਆਪਣੇ ਜੀਵਨ ਦਾ ਮਕਸਦ ਲੱਭਣਾ ਕਿ ਮੈਂ ਇਸ ਸੰਸਾਰ ਵਿੱਚ ਕਾਹਦੇ ਵਾਸਤੇ ਆਇਆ। ਤੇ ਜਿਹੜੇ ਇਸ ਨੂੰ ਨਹੀਂ ਸਮਝ ਪਾਉਂਦੇ ਉਹਨਾਂ ਦਾ ਸਟੇਟਸ ਕੀ ਹੈ। ਹੁਣ ਇਸ ਸ਼ਲੋਕ ਦੇ ਵਿੱਚ ਜਿਹੜੀ ਅਖੀਰਲੀ ਪੰਕਤੀ ਹੈ, ਨਾਨਕ ਦੀ ਕੰਕਲੂਜਨ ਦੱਸ ਰਹੇ, ਨਾਨਕ ਜੰਤ ਉਪਾਏ ਕਹਿ ਸੰਭਾਲੇ ਸਭਨਾ। ਸੰਭਾਲ ਕਰਨਾ ਇਹ ਪਰਮੇਸ਼ਰ ਦਾ ਗੁਣ ਹੈ, and that attributes of the God we have to adopt in our own practical daily life। ਇਹ ਗੁਣ ਮੈਂ ਵੀ ਲਿਆਉਣਾ ਹੈ।
ਸੰਭਾਲ ਕਰਨ ਵਾਲਾ। ਜਦੋਂ ਕੋਈ ਗੁਣ ਆ ਜਾਵੇ ਨਾ ਤਾਂ ਉਹਦੀ ਵਰਤੋਂ ਤੁਸੀਂ ਕਿੱਥੇ ਵੀ ਕਰ ਸਕਦੇ ਹੋ। ਸਮਝੋ ਮੈਨੂੰ ਡਰਾਈਵਿੰਗ ਕਰਨੀ ਆ ਗਈ, ਕਾਰ ਮੈਂ ਡਰਾਈਵ ਕਰ ਲੈਣਾ। ਇਟ ਡਜ਼ਨਟ ਮੈਟਰ ਇਹ ਟੋਇਟਾ ਹੈ, ਕਰੋਲਾ ਹੈ, ਹੋਰ ਕੋਈ ਕਾਰ ਕਿਹੜੀ ਵੀ ਕੰਪਨੀ ਦੀ ਹੋਵੇ, ਆਈ ਕੈਨ ਡਰਾਈਵ, ਕਿਉਂਕਿ ਉਹ ਗੁਣ ਹੈ ਮੇਰੇ ਕੋਲ। ਸੰਭਾਲ ਕਰਨਾ ਪਰਮੇਸ਼ਰ ਦਾ ਗੁਣ ਹੈ, ਤੇ ਜੇ ਇਹ ਮੇਰੇ ਕੋਲ ਗੁਣ ਆ ਜਾਵੇ ਤਾਂ ਮੈਂ ਹਰ ਚੀਜ਼ ਦੀ ਸੰਭਾਲ ਕਰ ਸਕਾਂਗਾ। ਮੈਂ ਆਪਣੇ ਸਰੀਰ ਦੀ ਸੰਭਾਲ ਕਰ ਸਕਾਂਗਾ, ਆਪਣੇ ਪਰਿਵਾਰ ਰਿਸ਼ਤਿਆਂ ਦੀ ਸੰਭਾਲ ਕਰ ਸਕਾਂਗਾ, ਆਪਣੀ ਐਜੂਕੇਸ਼ਨ, ਆਪਣੀ ਪੜ੍ਹਾਈ, ਆਪਣੀ ਨੌਕਰੀ, ਆਪਣਾ ਬਿਜ਼ਨਸ, ਆਪਣਾ ਵਪਾਰ, ਆਪਣੀ ਪ੍ਰਾਪਰਟੀ, ਹਰ ਚੀਜ਼ ਦੀ ਸੰਭਾਲ ਕਰ ਸਕਾਂਗਾ ਜੇ ਇਹ ਗੁਣ ਮੇਰੇ ਕੋਲ ਆ ਜਾਵੇ, ਸੰਭਾਲ ਕਰਨ ਵਾਲਾ। ਤੇ ਸਤਿਗੁਰੂ ਕਹਿੰਦਾ ਨਾਨਕ, ਨਾਨਕ ਜੀ ਆਖਦੇ ਨੇ ਜੰਤ ਉਪਾਏ ਕੈ, ਉਸ ਪਰਮੇਸ਼ਰ ਨੇ ਸਾਰੀ ਕ੍ਰਿਏਸ਼ਨ ਬਣਾ ਕੇ ਸੰਭਾਲੇ ਸਭਨਾ, ਸਾਰਿਆਂ ਦੀ ਸੰਭਾਲ ਕਰ ਰਿਹਾ, ਸਾਰਿਆਂ ਦੀ ਟੇਕ ਕੇਅਰ ਕਰ ਰਿਹਾ। ਹੁਣ ਉਹਦੀ ਲਿਸਟ ਦਿੱਤੀ ਹੈ ਪੂਰੀ, ਪੁਰਖਾਂ ਬਿਰਖਾਂ ਤੀਰਥਾਂ ਪਰਤਾਂ ਮੇਘਾਂ ਖੇਤਾਂ, ਇਹ ਪੂਰੀ ਲਿਸਟ ਹੈ। ਤੇ ਇਸ ਦੇ ਵਿੱਚ ਉਹ ਸਾਰਿਆਂ ਦੀ ਸੰਭਾਲ ਕਰ ਰਿਹਾ ਹੈ, ਟੇਕ ਕੇਅਰ ਕਰ ਰਿਹਾ। ਜੋ ਕੁਝ ਕ੍ਰੀਏਟ ਕੀਤਾ ਹੈ, ਜਿਹੜੀ ਸ੍ਰਿਸ਼ਟੀ ਬਣਾਈ ਹੈ, ਉਹਦੀ ਸੰਭਾਲ ਕਰਦਾ ਹੈ। ਅਸੀਂ ਇਹਦੀ ਪਹਿਲੀ ਸ਼ਲੋਕਾਂ ਵਿੱਚ ਪੜਿਆ ਸੀ ਆਸਾ ਕੀ ਵਾਰ, ਪੌੜੀਆਂ ਦੇ ਅੰਦਰ ਵੀ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ, ਕਰ ਆਸਣ ਡਿਟੋ ਚਾਓ। ਸਾਰਾ ਕੁਝ ਬਣਾ ਕੇ ਬੜੀ ਮੌਜ ਦੇ ਵਿੱਚ ਬੈਠਾ ਹੈ ਤੇ ਟੇਕ ਕੇਅਰ ਕਰ ਰਿਹਾ ਹੈ। ਦਿਨ ਕਰਤਾ ਕਰਨਾ ਕੀਆ, ਤਿਨ ਪਾਪਿ ਕਰਨੀ ਤਾਂ। ਇਹ ਮੈਂ ਸੰਖੇਪ ਵਿੱਚ ਇਹਦੇ ਅਰਥ ਲੈ ਰਿਹਾ ਹਾਂ, ਡਿਟੇਲ ਨਾਲ ਅਗਲੇ ਹਫ਼ਤੇ ਇਹਦੀ ਵਿਚਾਰ ਕਰਾਂਗੇ। ਜਿਸ ਮਾਲਕ ਨੇ ਇਹ ਸਾਰਾ ਸੰਸਾਰ ਬਣਾਇਆ ਹੈ, ਉਹ ਆਪਣਾ ਕੰਮ ਬਿਲਕੁਲ ਠੀਕ ਕਰ ਰਿਹਾ ਹੈ, ਔਨ ਟਾਈਮ ਪ੍ਰੋਪਰ ਢੰਗ ਨਾਲ ਕਰ ਰਿਹਾ ਹੈ। ਤੇ ਇਹ ਗੁਣ ਮੈਨੂੰ ਸਿਖਾ ਰਹੇ ਸਤਿਗੁਰੂ ਜੀ। ਵੀ ਦੁਨੀਆ ਕਾਹੇ ਆਇਆ, ਵੀ ਤੇਰਾ ਜਿਹੜਾ ਇਹ ਸੰਸਾਰ ਦੇ ਵਿੱਚ ਆਉਣ ਦਾ ਮਕਸਦ ਸੀ, ਤੂੰ ਵੀ ਉਹਨੂੰ ਪੂਰਾ ਕਰ, ਢੰਗ ਦੇ ਨਾਲ, ਤਰੀਕੇ ਦੇ ਨਾਲ ਕਰ। ਉਹਨੂੰ ਚਿੰਤਾ ਹੈ ਜੋ ਕੁਝ ਉਹਨੇ ਪੈਦਾ ਕੀਤਾ ਹੈ, ਉਹਦੀ ਟੇਕ ਕੇਅਰ ਕਰਨੀ ਹੈ। ਤੂੰ ਵੀ ਚਿੰਤਾ ਕਰ, ਸੋਚ ਵਿੱਚ ਦੁਨੀਆ ਕਾਹੇ ਆਇਆ, ਕਾਹਦੇ ਵਾਸਤੇ ਆਇਆ। ਸੋ ਕਰਤਾ ਚਿੰਤਾ ਕਰੇ, ਦਿਨ ਉਪਾਇਆ ਜਗ, ਉਹਨੇ ਪੈਦਾ ਕੀਤਾ ਹੈ। ਉਹ ਚਿੰਤਾ ਫਿਕਰ ਟੇਕ ਕੇਅਰ ਕਰ ਰਿਹਾ ਹੈ। ਤਿਸ ਜੋਹਾਰੀ ਸਵਾਸ ਤਿਸ ਦੀਵਾਨ ਅਭਾਗ, ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਪਗ। ਤਾਂ ਸਮਝ ਆਇਆ ਵੀ ਦੁਨੀਆ ਕਾਹੇ ਆਇਆ, ਮੈਂ ਸੱਚੇ ਨਾਮ ਨੂੰ ਲੈਣ ਵਾਸਤੇ ਆਇਆ। ਸੱਚ ਪਰਮੇਸ਼ਰ ਦੇ ਗੁਣਾਂ ਨੂੰ ਧਾਰਨ ਕਰਨ ਵਾਸਤੇ ਆਇਆ। ਕਿਆ ਟਿੱਕਾ ਕਿਆ ਪਗ, ਆਓ ਬਾਹਰੀ ਜਿਹੜੇ ਭੇਖ ਨੇ, ਚਾਹੇ ਕਾਜ਼ੀ ਦੇ ਸਨ, ਚਾਹੇ ਮੁੱਲਾਂ ਦੇ ਸਨ, ਚਾਹੇ ਜੋਗੀਆਂ ਦੇ ਸਨ, ਚਾਹੇ ਸਨਾਤਨ ਧਰਮ ਹਿੰਦੂਆਂ ਦੇ ਸਨ, ਬਾਹਰੀ ਭੇਖ ਨੂੰ ਕਿਤੇ ਗੁਰੂ ਨਾਨਕ ਨੇ ਪ੍ਰਵਾਨ ਨਹੀਂ ਕੀਤਾ ਹੈ। ਬਾਹਰੀ ਭੇਖ ਨਾਲ ਰੱਬ ਨਹੀਂ ਮਿਲਣਾ ਹੈ। ਜੇ ਮੇਰੇ ਮਨ ਅੰਦਰ ਸੱਚ ਨਹੀਂ ਹੈ ਤਾਂ ਬਾਹਰੀ ਭੇਖ, ਚਾਹੇ ਉਹ ਦਸਤਾਰ ਹੈ, ਚਾਹੇ ਉਹ ਕਕਾਰ ਨੇ, ਚਾਹੇ ਉਹ ਨਿਤਨੇਮ ਹੈ, ਜੇ ਉਸ ਵਿੱਚ ਨਾਮ ਨਹੀਂ, ਪਰਮੇਸ਼ਰ ਦਾ ਗੁਣ ਨਹੀਂ, ਤਾਂ ਉਹ ਅਣਜਾਈ ਚਲੇ ਜਾਣਗੇ। ਇੱਥੇ ਸਮਾਪਤ ਕਰਦਾ ਹੋਇਆ, ਅੱਜ ਮੇਰੀਆਂ ਦੋ ਭੈਣਾਂ ਨੇ ਵਿਚਾਰ ਕਰਨੀ ਹੈ, ਤੇ ਇਸ ਦੇ ਵਿੱਚ ਜੋ ਹੈ ਇਹਨਾਂ ਸ਼ਲੋਕਾਂ ਨੂੰ ਲੈ ਕੇ ਲੜੀਵਾਰ ਵਿਚਾਰ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਭੈਣ ਰਾਜਿੰਦਰ ਕੌਰ ਜੀ ਨੇ ਹੈਂਡ ਰੇਜ਼ ਕੀਤਾ ਹੈ, ਪਲੀਜ਼ ਸਵਾਲ ਕਰ ਦੋ ਸੰਖੇਪ ਵਿੱਚ, ਤੇ ਅਨਮਿਊਟ ਕਰ ਲਓ ਭੈਣ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧਰਮ ਤੇ ਥੋੜਾ ਜਿਹਾ ਬੋਲਣਾ ਸੀ ਵੀਰ ਜੀ। ਇਹਨਾਂ
ਇੱਕ ਵਾਰ ਦੁਬਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਮੈਂ ਧਰਮ ਤੇ ਬੋਲਣਾ ਸੀ ਜੀ, ਥੋੜਾ ਟੌਪਿਕ ਧਰਮ ਦੇ ਉੱਤੇ। ਓਕੇ, ਠੀਕ ਹੈ। ਤੇ ਆਵਾਜ਼ ਆ ਰਹੀ ਹੈ ਜੀ? ਹਾਂਜੀ, ਆਵਾਜ਼ ਆ ਰਹੀ ਹੈ। ਤੇ 10 ਮਿੰਟ ਆਪ ਦੇ ਕੋਲ ਹੈਗੇ, 10 ਮਿੰਟ ਕਵਰ ਕਰ ਲੋਗੇ? ਹਾਂਜੀ ਹਾਂਜੀ, ਹੋ ਜਾਣਗੇ, ਲਗਭਗ ਹੋ ਜਾਣਗੇ। ਤੇ ਇਸ ਤੋਂ ਬਾਅਦ 20 ਮਿੰਟ ਜਿਹੜੇ ਹੈ ਜਾਂ 15 ਮਿੰਟ ਭੈਣ ਜੀ ਅਮਨਜੋਤ ਕੌਰ ਜੀ ਦਾ ਵੀ ਟੌਪਿਕ ਹੈ। ਮੈਂ ਰਿਕਾਰਡਿੰਗ ਠੀਕ ਹੈ, ਕੰਟੀਨਿਊਸ ਰੱਖਾਂਗਾ ਤਾਂ ਕਿ ਉਹਦੇ ਵਿੱਚ ਰਿਕਾਰਡਿੰਗ ਵੀ ਆਪ ਦੀ ਰਹੇਗੀ ਤੇ ਆਪ ਦੀ ਜਿਹੜਾ ਹੈ ਤਾਂ ਕਿ ਉਹਦੇ ਉਸ ਨੂੰ ਬਾਅਦ ਦੇ ਸੁਧਾਈ ਅਸੀਂ ਕਰ ਲਵਾਂਗੇ। ਵੀਰ ਜੀ ਕੋਈ ਗਲਤੀ ਹੋਵੇ ਤੇ ਜਰੂਰ ਦੱਸਣਾ ਜੀ। ਉਹ ਸਾਰਾ ਕੁਝ ਅਸੀਂ ਐਨਾਲਾਈਸਿਸ ਕਰਾਂਗੇ। ਹਾਂਜੀ, ਸ਼ੁਰੂ ਠੀਕ ਹੈ ਕਰੋ ਜੀ। ਭੈਣ ਜੀ। ਧਰਮ ਕੀ ਹੈ? ਮਨੁੱਖ ਅਤੇ ਅਕਾਲ ਪੁਰਖ ਵਿਚਲੇ ਪਰਸਪਰ ਆਤਮਕ ਸੰਬੰਧ ਨੂੰ ਹੀ ਧਰਮ ਕਹਿੰਦੇ ਹਨ। ਇਹ ਮਨੁੱਖੀ ਜੀਵਨ ਨੂੰ ਆਸਾ ਤੇ ਉਪਦੇਸ਼ ਪ੍ਰਦਾਨ ਕਰਦਾ ਹੈ। ਧਰਮ ਵਿੱਚ ਜਾਤੀ ਜੀਵਨ ਦੇ ਉਹ ਸਿਧਾਂਤ ਤੇ ਰਹਿਣੀ ਬਹਿਣੀ ਹੈ ਦੇ ਉਹ ਨਿਯਮ ਸ਼ਾਮਲ ਹਨ ਜਿਨ੍ਹਾਂ ਉੱਤੇ ਚੱਲ ਕੇ ਮਨੁੱਖ ਦੇ ਮਨ ਨੇ ਪ੍ਰਭੂ ਨਾਲ ਇਕਸੁਰ ਹੋਣਾ ਹੈ। ਅਸੀਂ ਆਮ ਤੌਰ ਤੇ ਜਦ ਕਿਸੇ ਨਾਲ ਗੱਲ ਦਾ ਸਪਸ਼ਟੀਕਰਨ ਕਰਦੇ ਹਾਂ ਤਾਂ ਕਹਿੰਦੇ ਹਾਂ ਕਿ ਧਰਮ ਨਾਲ ਮੈਂ ਇਹ ਕੰਮ ਨਹੀਂ ਕੀਤਾ, ਜਿਸ ਦਾ ਭਾਵ ਹੈ ਜੋ ਕੁਝ ਮੈਂ ਕਹਿ ਰਿਹਾ ਹਾਂ 100% ਸੱਚ ਹੈ। ਜੀਵ ਭੁੱਲਣਹਾਰ ਹੈ, ਕੇਵਲ ਵਾਹਿਗੁਰੂ ਹੀ ਜੀ ਅਭੁੱਲ ਹਨ। ਇਸ ਲਈ ਕੇਵਲ ਇੱਕ ਅਕਾਲ ਪੁਰਖ ਜੀ ਉੱਤੇ ਦ੍ਰਿੜ ਵਿਸ਼ਵਾਸ ਰੱਖਣ ਵਾਲਾ ਤੇ ਮੰਨਣ ਵਾਲਾ ਹੀ ਧਰਮੀ ਹੈ। ਧਰਮ ਦਾ ਉਪਦੇਸ਼ ਕੀ ਹੈ? ਧਰਮ ਦਾ ਉਪਦੇਸ਼ ਹੈ ਕਿ ਉਸ ਅਨੰਤ ਸ਼ਕਤੀ ਦੇ ਮਾਲਕ ਪਰਮਾਤਮਾ ਨਾਲ ਇਕਸੁਰ ਹੋਣਾ ਹੈ। ਕੁਝ ਰੀਤਾਂ ਰਸਮਾਂ ਦਾ ਜਾਂ ਕਰਮ ਕਾਂਡਾਂ ਨੂੰ ਨਿਭਾ ਲੈਣ ਵਾਲਾ ਧਰਮੀ ਨਹੀਂ ਮੰਨਿਆ ਜਾ ਸਕਦਾ। ਗੁਰੂ ਸਾਹਿਬਾਨ ਨੇ ਸਮੁੱਚੀ ਮਨੁੱਖਤਾ ਲਈ ਕੇਵਲ ਇੱਕੋ ਧਰਮ ਹੀ ਮੰਨਿਆ ਹੈ। ਗੁਰਬਾਣੀ ਵਿੱਚ ਸਪਸ਼ਟ ਫੁਰਮਾਨ ਹੈ, ਸਰਬ ਸ਼ਬਦੰ ਏਕ ਸ਼ਬਦੰ ਜੇਕੋ ਜਾਣੈ ਭੇਉ, ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਉ। ਸਾਰੇ ਸੰਸਾਰ ਦਾ ਇੱਕੋ ਹੀ ਧਰਮ ਹੈ। ਜੇ ਕੋਈ ਇਹ ਭੇਦ ਸਮਝ ਲਵੇ, ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਮੈਂ ਉਸ ਦਾ ਦਾਸ ਹਾਂ। ਇਹ ਧਰਮ ਸਭ ਸਮਿਆਂ ਵਿੱਚ ਬਿਨਾਂ ਤਬਦੀਲੀ ਇੱਕ ਰਸ ਰਹਿੰਦਾ ਹੈ, ਜਿਹਾ ਕਿ ਗੁਰਵਾਕ ਹੈ, ਇੱਕੋ ਧਰਮ ਦ੍ਰਿੜੇ ਸੱਚ ਕੋਈ, ਗੁਰਮਤਿ ਪੂਰਾ ਜੁਗ ਜੁਗ ਸੋਈ। ਭਾਵ ਪ੍ਰਭੂ ਦਾ ਨਾਮ ਸਿਮਰਨ ਹੀ ਇੱਕੋ ਇੱਕ ਧਰਮ ਹੈ। ਗੁਰੂ ਦੀ ਮੱਤ ਦਾ ਆਸਰਾ ਲੈ ਕੇ ਸਦਾ ਲਈ ਵਿਕਾਰਾਂ ਤੋਂ ਬਚ ਜਾਈਦਾ ਹੈ। ਸਾਰੇ ਗੁਰੂ ਸਾਹਿਬਾਨ ਨੇ ਧਰਮ ਦੀ ਬਹੁਤ ਸੁੰਦਰ ਵਿਆਖਿਆ ਕੀਤੀ ਹੈ। ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਹਨ, ਸਰਬ ਧਰਮੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਮਨ ਪ੍ਰਭੂ ਦਾ ਨਾਮ ਜਪ ਤੇ ਪਵਿੱਤਰ ਆਚਰਣ ਬਣਾ। ਇਹ ਧਰਮ ਹੀ ਸਭ ਧਰਮਾਂ ਨਾਲੋਂ ਉੱਤਮ ਹੈ। ਇਸ ਅਨੁਸਾਰ ਧਰਮ ਕੇਵਲ ਪਰਲੋਕ ਦੇ ਸੁੱਖ ਦਾ ਸਾਧਨ ਨਹੀਂ ਰਹਿ ਜਾਂਦਾ ਹੈ, ਬਲਕਿ ਸੰਸਾਰਿਕ ਜੀਵਨ ਨੂੰ ਸੁਖੀ ਤੇ ਸਫਲ ਬਣਾਉਣ ਅਤੇ ਸੰਸਾਰਿਕ ਉੱਨਤੀ ਲਈ ਹੀ ਸਹਾਇਕ ਬਣ ਜਾਂਦਾ ਹੈ। ਧਰਮੀ ਬਣਨ ਵਾਸਤੇ ਕਿੰਨਾ ਗੁਣਾਂ ਦੀ ਲੋੜ ਹੈ, ਇਸ ਬਾਰੇ ਕਬੀਰ ਜੀ ਦਾ ਇੱਕ ਫੁਰਮਾਨ ਹੈ, ਕਬੀਰਾ ਜਹਾਂ ਗਿਆਨ ਤੈ ਧਰਮ ਹੈ, ਜਹਾਂ ਝੂਠ ਤੈ ਪਾਪ, ਜਹਾਂ ਲੋਭ ਤੈ ਕਾਲ ਹੈ, ਜਹਾਂ ਖਿਮਾ ਤੈ ਆਪ। ਧਰਮ ਤਾਂ ਇੱਥੋਂ ਤੱਕ ਹੀ ਸੀ ਜੀ। ਇੱਕ ਪ੍ਰਚਾਰਕ ਵੀਰ ਨੇ 4 ਲਾਈਨਾਂ ਲਿਖੀਆਂ ਹੈ, ਮੈਂ ਉਹ ਬੋਲ ਕੇ ਸੁਣਾ ਦਾਂ ਜੀ। ਰਾਗੀ ਤੇ ਪ੍ਰਚਾਰਕ ਵੇਖਦੇ ਨੇ ਲਿਫਾਫੇ ਵਿੱਚ ਪਾਇਆ ਕੀ ਹੈ, ਸੰਗਤ ਵੇਖਦੀ ਹੈ ਲੰਗਰ ਵਿੱਚ ਬਣਿਆ ਕੀ ਹੈ, ਪ੍ਰਬੰਧਕ ਵੇਖਦੇ ਨੇ ਗੋਲਕ ਵਿੱਚ ਆਇਆ ਕੀ ਹੈ, ਪਰ ਇਹ ਕੋਈ ਨਹੀਂ ਵੇਖਦਾ ਕਿ ਅੱਜ ਸ਼ਬਦ ਵਿੱਚ ਗਾਇਆ ਕੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਭੁੱਲਾਂ ਕੀ ਮੇਰੀਆਂ ਵਡਿਆਈ ਗੁਰੂ। ਬਹੁਤ ਠੀਕ ਹੈ। ਇੱਕ ਗੁਰਬਾਣੀ ਅੰਦਰ ਪਰਮਾਤਮਾ ਸ਼ਬਦ ਕਿਤੇ ਨਹੀਂ ਆਇਆ ਹੈ, ਇਹ ਧਿਆਨ ਰੱਖਣਾ ਹੈ। ਤੇ ਇਹਦੀ ਜਗ੍ਹਾ ਜਿਵੇਂ ਆਪ ਜੀ ਨੇ ਪ੍ਰਭੂ ਵਰਤਿਆ ਹੈ, ਅਕਾਲ ਪੁਰਖ ਵਰਤਿਆ ਹੈ, ਪਰਮੇਸ਼ਰ ਹੈ, ਉਹ ਕੋਈ ਵੀ ਵਰਡ ਆਪ ਯੂਜ਼ ਕਰ ਸਕਦੇ ਹੋ। ਪਰਮਾਤਮਾ ਸ਼ਬਦ ਜਿਹੜਾ ਹੈ ਇਹ ਸਨਾਤਨੀ ਧਰਮ ਤੋਂ ਬਹੁਤ ਹੈ, ਪਰ ਗੁਰਬਾਣੀ ਅੰਦਰ ਇਹਦੀ ਵਰਤੋਂ ਨਹੀਂ ਕੀਤੀ ਗਈ ਹੈ। ਅਸੀਂ ਇਸ ਪੱਖੋਂ ਧਿਆਨ ਰੱਖ ਸਕੀਏ। ਦੂਸਰਾ, ਤੁਸੀਂ ਜਦੋਂ ਗੱਲ ਕਰਨਾ ਹੈ, ਇਹਨੂੰ ਕੋਈ ਵੀ ਲੈਕਚਰ ਤਿਆਰ ਕਰੋ, ਟੌਪਿਕ ਤਿਆਰ ਕਰੋ, ਇਹਨੂੰ 2 3 4 5 ਵਾਰੀ ਜਿਹੜਾ ਹੈ ਉਹ ਆਪ ਜੀ ਨੇ ਚੰਗੀ ਤਰ੍ਹਾਂ ਪੜ੍ਹਿਆ ਕਰੋ, ਥੋੜਾ ਜਿਹਾ ਮੈਮੋਰਾਈਜ਼ ਕਰੋ। ਉਹਦੇ 'ਚ ਠੀਕ ਕੀ ਹੈ ਹੈ, ਜੀ, ਤੁਹਾਡੀ ਜਿਹੜੀ ਅੱਖ ਹੈ ਸਾਹਮਣੇ ਹੋਣੀ ਚਾਹੀਦੀ ਹੈ। ਇਹ ਠੀਕ ਧਿਆਨ ਹੈ ਜੀ, ਰੱਖੋ। ਇੱਕ ਲਾਈਨ ਇਸ ਹਿਸਾਬ ਨਾਲ ਯਾਦ ਕਰੋ ਤੇ ਅੱਧੀ ਲਾਈਨ ਬੋਲ ਕੇ ਤੇ ਥੋੜੀ ਜਿਹੀ ਅੱਖਾਂ ਇੱਕ ਵਾਰੀ ਉੱਪਰ ਕਰਕੇ ਫਿਰ ਥੱਲੇ ਕਰ ਲੈਣੀਆਂ। ਅਸੀਂ ਠੀਕ ਹੈ ਇਸ ਜੀ, ਨੂੰ ਐਸੇ ਵਾਂਗੂ ਨਹੀਂ ਪੜ੍ਹਨਾ ਹੈ। ਬੋਲਿਆ ਠੀਕ ਹੈ ਬਿਲਕੁਲ ਠੀਕ ਹੈ, ਸ਼ਬਦਾਵਲੀ ਬੜੀ ਸੋਹਣੀ ਹੈ, ਟਾਈਮ ਗੇਰ ਵੀ ਬਹੁਤ ਠੀਕ ਹੈ, ਪਰ ਇਸ ਨੂੰ ਪਹਿਲਾਂ 5 7 ਵਾਰੀ ਜ਼ਰੂਰ ਪੜ੍ਹੋ।
ਤਾਂ ਕਿ ਥੋੜਾ ਜਿਹਾ ਯਾਦ ਹੋ ਜਾਵੇ ਤੁਹਾਡੀ। ਸਮਝੋ ਅਗਰ ਤੁਸੀਂ ਗੁਰਦੁਆਰੇ ਅੰਦਰ ਜਾਂ ਕਿਸੇ ਆਡੀਅנס ਦੇ ਅੰਦਰ, ਕਿਸੇ ਹਾਲ ਦੇ ਅੰਦਰ ਕਰ ਰਹੇ ਹੋ, ਤਾਂ ਤੁਹਾਡੀ ਅੱਖ ਬਹੁਤੀ ਕਰਕੇ ਆਡੀਅנס ਦੇ ਨਾਲ ਹੋਣੀ ਚਾਹੀਦੀ ਹੈ। ਇਹਨੂੰ ਅਸੀਂ ਆਈ ਕੰਟੈਕਟ ਕਹਿੰਦੇ ਆ, ਤੇ ਇਹਦੇ ਨਾਲ ਜ਼ਿਆਦਾ ਪ੍ਰਭਾਵ ਜਿਹੜਾ ਹੈ ਉਹ ਸੰਗਤ ਦੇ ਉੱਪਰ ਚੰਗੇ ਢੰਗ ਨਾਲ ਪੈਂਦਾ ਹੈ। ਤਾਂ ਇਹ ਜਿਹੜੀ ਦੋ ਚੀਜ਼ਾਂ ਆਪ ਜੀ ਨੇ ਧਿਆਨ ਰੱਖਣੀਆਂ ਨੇ। ਇਨ ਬਿਟਵੀਨ ਡਾਕਟਰ ਸਰਬਜੀਤ ਸਿੰਘ, ਆਪ ਜੀ ਦਾ ਕੋਈ ਵਿਧੀ ਸਵਾਲ ਹੈ ਤੇ ਕਰ ਲਓ। ਜੇ ਆਪ ਜੀ ਨੇ ਪਲੱਸ ਮਾਈਨਸ ਕਰਨਾ ਹੈ ਤਾਂ ਭੈਣ ਜੀ ਅਮਨਜੀਤ ਕੌਰ ਤੋਂ ਬਾਅਦ ਆਪ ਜੀ ਟਾਈਮ ਲੈ ਸਕਦੇ ਹੋ। ਇਹ ਆਪ ਦੀ ਤੇ ਹੈ। ਕੀ ਕਹਿਣਾ ਚਾਹੁੰਦੇ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਭੈਣ ਜੀ ਨੇ ਧਰਮ ਦਾ ਟੌਪਿਕ ਲਿਆ ਸੀ, ਜਸਟ ਇਹਦੇ ਵਿੱਚ ਥੋੜਾ ਨਾ ਐਡ ਕਰਨਾ ਚਾਹੁੰਦਾ ਸੀਗਾ ਠੀਕ ਹੈ ਕਿ ਜੀ। ਥੋੜਾ ਨਾ, ਅਗਰ ਅਸੀਂ ਇਹਨਾਂ ਨੇ ਡੈਫੀਨੇਸ਼ਨ ਦਿੱਤੀ ਹੈਗੀ, ਬੜੀ ਵਿਸਥਾਰ ਨਾਲ ਦਿੱਤੀ ਹੈਗੀ ਆ, ਜਿਹੜੇ ਕਿ ਆਮ ਤੌਰ ਤੇ ਜਦੋਂ ਅਸੀਂ ਲੋਕਾਂ ਨੂੰ ਡੈਫੀਨੇਸ਼ਨ ਦੇਣੀ ਚਾਹੀਏ ਨਾ, ਤੇ ਉਹ ਬਾਕੀ ਸਾਰੇ ਧਰਮ ਵਾਲੇ ਕਹਿਣਗੇ ਵੀ ਸਾਰੇ ਅਸੀਂ ਤੇ ਇਹੋ ਹੀ ਕੁਝ ਕਹਿੰਦੇ ਹੈਗੇ ਆ। ਲੇਕਿਨ ਥੋੜਾ ਨਾ, ਜੇ ਅਗਰ ਡੈਪਥ 'ਚ ਗੁਰਬਾਣੀ ਦੇ ਹਿਸਾਬ ਨਾਲ ਅਸੀਂ ਜਾਵਾਂਗੇ ਤਾਂ ਸਾਨੂੰ ਕਲੈਰਿਟੀ ਬਹੁਤ ਹੋ ਜਾਂਦੀ ਹੈਗੀ ਆ ਕਿ ਗੁਰਬਾਣੀ ਦਾ ਔਰ ਬਾਕੀਆਂ ਦੇ ਨਾਲ ਕੀ ਫਰਕ ਹੈਗਾ ਵਾ। ਜਿਸ ਤਰ੍ਹਾਂ ਇਹਨਾਂ ਨੇ ਵੈਸੇ ਪੰਕਤੀ ਉਹ ਸਾਂਝੀ ਕੀਤੀ ਹੈਗੀ ਆ, ਸਰਬ ਧਰਮ ਮੇ ਸੇਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਹੁਣ ਇਹਦੇ ਵਿੱਚ ਗੱਲ ਕੀਤੀ, ਗੁਰੂ ਮਹਾਰਾਜ ਨੇ ਸਪਸ਼ਟ ਕਰ ਦਿੱਤੀ ਹੈਗੀ ਆ, ਸਾਰਿਆਂ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ ਕਿਹੜਾ ਹੈਗਾ ਵਾ? ਹਰ ਕੋ ਨਾਮ। ਇੱਕ ਹਰ ਦਾ ਨਾਮ ਦੀ ਗੱਲ ਕੀਤੀ ਹੈਗੀ ਆ, ਦੂਸਰਾ ਨਿਰਮਲ ਦੀ ਗੱਲ ਕੀਤੀ ਹੈਗੀ ਆ। ਹੁਣ ਜਿਹੜਾ ਹੈਗਾ ਵਾ, ਹਰ ਦਾ ਨਾਮ ਕੀ ਹੈਗਾ ਵਾ ਔਰ ਨਿਰਮਲ ਕਰਮ ਕੀ ਹੈਗਾ ਵਾ, ਇਹ ਜਿਹੜਾ ਹੈਗਾ ਵਾ ਸਾਨੂੰ ਸਮਝਣਾ ਪੈਣਾ ਹੈਗਾ ਵਾ। ਉਹਦੇ ਵਾਸਤੇ ਗੁਰੂ ਮਹਾਰਾਜ ਨੇ ਦੂਸਰੀ ਡੈਫੀਨੇਸ਼ਨ ਦਿੱਤੀ ਹੈ। ਨਾਮ ਵਾਸਤੇ ਕੀ ਕਰਨਾ ਹੈਗਾ ਵਾ? ਏਕੋ ਨਾਮ ਧਿਆਏ ਮਨ ਮੇਰੇ, ਕਾਰਜ ਤੇਰਾ ਹੋਵੇ ਪੂਰਾ, ਹਰ 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 ਗੁਣ ਗਾਏ ਮਨ ਮੇਰੇ। ਹੁਣ ਉੱਥੇ ਸਪਸ਼ਟ ਗੱਲ ਕਰ ਦਿੱਤੀ ਹੈਗੀ ਆ ਕਿ ਨਾਮ ਦਾ ਕੀ ਸੰਬੰਧ ਹੈਗਾ ਵਾ? ਹਰ ਹਰ ਗੁਣ ਗਾਏ ਮਨ ਮੇਰੇ, ਵੀ ਮਨ ਦੁਆਰਾ, ਮੂੰਹ ਦੁਆਰਾ ਨਹੀਂ, ਮਨ ਦੁਆਰਾ ਉਸ ਅਕਾਲ ਪੁਰਖ ਦੇ ਗੁਣ ਗਾਇਨ ਕਰਨੇ ਆ। ਇਹਦਾ ਮਤਲਬ ਅਗਰ ਨਾਮ ਨਾਲ ਸੰਬੰਧ ਬਣਾਉਣਾ ਵਾ ਤੇ ਅਕਾਲ ਪੁਰਖ ਦੇ ਗੁਣ ਗਾਇਨ ਕਰਨੇ ਪੈਣਗੇ। ਹੁਣ ਅਕਾਲ ਪੁਰਖ ਦੇ ਗੁਣ ਕੇ ਮੈਂ ਡਿਟੇਲ 'ਚ ਨਹੀਂ ਜਾਊਂਗਾ, ਜੋ ਏਕ ਓਂਕਾਰ ਸਤਿਗੁਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਇਹ ਸਾਰੇ ਅਕਾਲ ਪੁਰਖ ਦੇ ਗੁਣ ਹੈਗੇ ਜਿਨ੍ਹਾਂ ਨੂੰ ਅਸੀਂ ਡਿਟੇਲ 'ਚ ਸਮਝਣਾ ਹੈਗਾ ਵਾ, ਔਰ ਪੂਰੇ ਗੁਰੂ ਗ੍ਰੰਥ ਸਾਹਿਬ ਇਹ ਡਿਟੇਲ 'ਚ ਸਮਝਾਏ ਗਏ ਹੈਗੇ ਆ। ਔਰ ਹੁਣ ਜਿਹੜਾ ਹੈਗਾ ਸਵਾਲ ਪੈਦਾ ਹੁੰਦਾ ਕਿ ਇਹਦੇ ਵਾਸਤੇ ਸਭ ਕੁਝ ਕਰਨਾ ਕੀ ਹੈਗਾ ਵਾ। ਹੁਣ ਇਹਦੇ ਨਾਲ ਦਾ ਇੱਕ ਸ਼ਬਦ ਹੈਗਾ ਵਾ, ਏਕੋ ਧਰਮ ਦ੍ਰਿੜੇ ਸੱਚ ਕੋਈ, ਗੁਰਮਤਿ ਪੂਰਾ ਜੁਗ ਜੁਗ ਸੋਈ। ਹੁਣ ਉੱਥੇ ਤਰੀਕਾ ਗੁਰੂ ਮਹਾਰਾਜ ਨੇ ਦੱਸਿਆ ਹੈਗਾ ਉਹ ਕੀ ਹੈਗਾ ਵਾ ਕਿ ਇਹ ਇੱਕ ਧਰਮ ਨੂੰ ਦ੍ਰਿੜ ਕਰਨਾ ਵਾ, ਜਿਹੜਾ ਅਕਾਲ ਪੁਰਖ ਦਾ, ਜਿਹਦਾ ਆਪਾਂ ਪਹਿਲਾਂ ਗੱਲਾਂ ਕੀਤੀਆਂ ਹੈਗੀਆਂ, ਉਹਦੇ ਵਾਸਤੇ ਕਰਨਾ ਕੀ ਆ? ਗੁਰਮਤਿ ਪੂਰਾ ਜੁਗ ਜੁਗ ਸੋਈ, ਗੁਰੂ ਦੀ ਮੱਤ ਦੇ ਦੁਆਰਾ, ਭਾਵ ਜੋ ਗੁਰੂ ਗ੍ਰੰਥ ਸਾਹਿਬ 'ਚ ਸਿੱਖਿਆ ਦਿੱਤੀ ਗਈ ਹੈਗੀ ਆ ਉਸ ਨੂੰ ਆਪ ਸਮਝਣਾ ਵਾ, ਜੀਵਨ ਦਾ ਹਿੱਸਾ ਬਣਾਉਣਾ ਵਾ, ਫਿਰ ਅਸੀਂ ਜਿਹੜਾ ਹੈਗਾ ਵਾ ਅਸਲੀ ਧਰਮ ਵੱਲ ਜਾ ਸਕਦੇ ਹੈਗੇ ਆ। ਇਹ ਬਾਕੀਆਂ ਨਾਲੋਂ ਜਿਹੜਾ ਹੈਗਾ ਤਰੀਕਾ ਔਰ ਜੋ ਵੀ ਕਹਿ ਲਓ ਡੈਫੀਨੇਸ਼ਨ ਕਹਿ ਲਓ, ਉਹ ਫਰਕ ਹੈਗੀ ਆ। ਮੈਂ ਇਹਨਾਂ ਕੇ ਐਡ ਕਰਨਾ ਚਾਹੁੰਦਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਵੀਰ ਜੀ, ਬਹੁਤ ਬਹੁਤ ਧੰਨਵਾਦ ਵੀਰ ਵਧੀਆ ਜੀ, ਹੈ। ਬਹੁਤ। ਤੇ ਹੁਣ ਭੈਣ ਜੀ ਆਪਣਾ ਤੁਸੀਂ ਭੈਣ ਜੀ ਉਹਨਾਂ ਨੂੰ, ਅਮਨਜੋਤ ਭੈਣ ਜੀ ਨੂੰ ਮੈਂ ਬੇਨਤੀ ਕਰਦਾ ਕਿ ਉਹ ਅਨਮਿਊਟ ਕਰਕੇ ਆਪਣਾ ਵਿਸ਼ਾ ਸੰਗਤ ਦੇ ਨਾਲ ਸਾਂਝਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਟੌਪਿਕ ਹੈ ਜੀ, ਜਾਤ ਪਾਤ ਊਚ ਨੀਚ ਦਾ ਕੋਡ। ਵਾਹਿਗੁਰੂ ਜੀ। ਅਸਲ ਵਿੱਚ ਮਾਨਸਿਕਤਾ ਵਿੱਚੋਂ ਹੀ ਸਮਾਜ ਦਾ ਅਸਲ ਰੂਪ ਨਿਖਰਦਾ ਹੈ। ਸਮਾਜਿਕ ਬ੍ਰਾਹਮਣਵਾਦੀ ਮਾਨਸਿਕਤਾ ਵਿੱਚ ਪਲੇ ਭਾਰਤੀ ਸਮਾਜ ਵਿੱਚੋਂ ਕੋਈ ਵੀ ਕੌਮ ਇਸ ਦੇ ਸਮਾਜਿਕ ਪ੍ਰਭਾਵ ਤੋਂ ਪੂਰੀ ਤਰ੍ਹਾਂ ਨਿਰਲੇਪ ਨਹੀਂ ਰਹਿ ਸਕੀ। ਇਸ ਦਾ ਪ੍ਰਭਾਵ ਸਾਡੀ ਮਾਨਸਿਕਤਾ ਤੇ ਤਾਂ ਹੀ ਘਟ ਸਕਦਾ ਹੈ ਜੇ ਆਪਣੇ ਧਰਮ ਦੇ ਮੂਲ ਨਾਲ ਜੁੜੇ ਰਹੀਏ, ਨਾ ਸਿਰਫ ਆਪਣੀ ਕੌਮ ਦੇ ਧਰਮ ਦੇ ਸਿਧਾਂਤਾਂ ਨੂੰ ਸਮਝੀਏ ਬਲਕਿ ਉਹਨਾਂ ਤੇ ਦ੍ਰਿੜਤਾ ਨਾਲ ਪਹਿਰਾ ਦਈਏ। ਅਸੀਂ ਸਿੱਖ ਕੌਮ ਦੀ ਗੱਲ ਵੀ ਕਰ ਲਈਏ ਤਾਂ ਜਿਤਨੀ ਦੇਰ ਇਹ ਗੁਰਬਾਣੀ ਦੇ ਅਲੌਕਿਕ ਗਿਆਨ ਨਾਲ ਜੁੜੀ ਰਹੀ, ਇਸ ਦੀ ਵਿਲੱਖਣਤਾ ਵੀ ਬਣੀ ਰਹੀ ਅਤੇ ਭਾਰਤੀ ਬ੍ਰਾਹਮਣਵਾਦੀ ਪ੍ਰਭਾਵ ਇਸ ਦੇ ਸਮਾਜਿਕ ਰੂਪ ਨੂੰ ਬਹੁਤਾ ਪ੍ਰਭਾਵਿਤ ਨਹੀਂ ਕਰ ਸਕਿਆ, ਸਗੋਂ ਇਸ ਨੇ ਜੀਵਨ ਦੇ ਕਈ ਖੇਤਰਾਂ ਵਿੱਚ ਭਾਰਤੀ ਸਮਾਜ ਦੇ ਦੂਸਰੇ ਅੰਗਾਂ ਨੂੰ ਪ੍ਰਭਾਵਿਤ ਕੀਤਾ ਅਤੇ ਉਹਨਾਂ ਇਹ ਵੀ ਜੀਵਨ ਦੀ ਸਵੱਛਤਾ ਅਤੇ ਸਮਾਜਿਕ ਨਿਮਰਤਾ ਲਿਆਉਣੀ ਸ਼ੁਰੂ ਕਰ ਦਿੱਤੀ। ਸਮੇਂ ਦੇ ਨਾਲ ਬ੍ਰਾਹਮਣੀ ਪ੍ਰਭਾਵ ਥੱਲੇ ਸਿੱਖ ਗੁਰਬਾਣੀ ਨੂੰ ਅਪਣਾਉਣ ਦੀ ਬਜਾਏ, ਗੁਰਬਾਣੀ ਅਨੁਸਾਰ ਜੀਵਨ ਨੂੰ ਢਾਲਣ ਦੀ ਬਜਾਏ ਇਸ ਦੀ ਪੂਜਾ ਵਿੱਚ ਲੱਗ ਗਿਆ। ਅੱਜ ਜੀਵਨ ਦੇ ਬਹੁਤੇ ਅੰਗਾਂ ਵਿੱਚ ਬ੍ਰਾਹਮਣਵਾਦੀ ਵਿਚਾਰਧਾਰਾ ਅਤੇ ਸਮਾਜਿਕ ਬਣਤਰ ਇਸ ਤੇ ਭਾਰੂ ਹੋ ਚੁੱਕੇ ਹਨ।
ਬ੍ਰਾਹਮਣ ਨੇ ਭਾਰਤੀ ਸਮਾਜ ਨੂੰ 4 ਵਰਨਾਂ ਵਿੱਚ ਵੰਡਿਆ ਹੋਇਆ ਹੈ: ਬ੍ਰਾਹਮਣ, ਖੱਤਰੀ, ਵੈਸ ਤੇ ਸ਼ੂਦਰ। ਇਸ ਵੰਡੀ ਦਾ ਵੀ ਆਪਣਾ ਇਤਿਹਾਸ ਹੈ। ਭਾਰਤ ਦੇ ਮੂਲ ਨਿਵਾਸੀਆਂ ਨੂੰ ਦਰਾਵੜ ਸਭਿਅਤਾ ਕਿਹਾ ਜਾਂਦਾ ਸੀ। ਇਹ ਦਰਾਵੜ ਲੋਕ ਬੜੇ ਸਿੱਧੇ ਸਾਦੇ, ਅਮਨ ਪਸੰਦ ਅਤੇ ਖੁਸ਼ਹਾਲ ਲੋਕ ਸਨ। ਭਾਰਤ ਤੇ ਅਕਸਰ ਬਾਹਰੋਂ ਹਮਲੇ ਹੁੰਦੇ ਰਹੇ। ਦਰਾਵੜ ਲੋਕਾਂ ਦੀ ਸਾਦਗੀ ਅਤੇ ਅਮਨ ਪਸੰਦੀ ਉਹਨਾਂ ਦੀ ਕਮਜ਼ੋਰੀ ਬਣ ਗਈ। ਦੱਖਣ ਦਾ ਵਧੇਰੇ ਹਿੱਸਾ ਸਮੁੰਦਰ ਨਾਲ ਅਤੇ ਉੱਤਰ ਪੂਰਬ ਵਧੇਰੇ ਪਹਾੜਾਂ ਨਾਲ ਘਿਰਿਆ ਹੋਣ ਕਾਰਨ ਇਹ ਹਮਲੇ ਵਧੇਰੇ ਉੱਤਰ ਪੱਛਮ ਖੇਤਰ ਵੱਲੋਂ ਹੁੰਦੇ ਰਹੇ। ਬਾਹਰੋਂ ਅਕਸਰ ਧਾੜਵੀਆਂ ਨੇ ਆਉਣਾ ਅਤੇ ਦਰਾਵੜ ਲੋਕਾਂ ਦੀ ਮਾਰ ਕੁੱਟ ਅਤੇ ਵੱਡੀ ਪੱਧਰ ਤੇ ਲੁੱਟ ਖਸੁੱਟ ਕਰਨੀ। ਇਹਨਾਂ ਪੁਰਾਤਨ ਹਮਲਾਵਾਰਾਂ ਵਿੱਚੋਂ ਸਕਾਈ ਦੀ, ਕੁਸ਼ਨ ਅਤੇ ਹੂਣ ਆਦਿ ਦੇ ਨਾਂ ਵਿਸ਼ੇਸ਼ ਕਰਕੇ ਲਏ ਜਾ ਸਕਦੇ ਹਨ। ਬਾਹਰੋਂ ਆਉਣ ਵਾਲੇ ਹਮਲਾਵਰ ਅਕਸਰ ਲੁੱਟ ਮਾਰ ਕਰਕੇ ਵਾਪਸ ਚਲੇ ਜਾਂਦੇ, ਪਰ ਇਹਨਾਂ ਵਿੱਚੋਂ ਕਈ ਇੱਥੇ ਭਾਰਤ ਵਿੱਚ ਹੀ ਵਸ ਜਾਂਦੇ। ਇਸੇ ਹਮਲਾਵਰਾਂ ਦੀ ਲੜੀ ਵਿੱਚ ਹੀ ਆਰੀਆ ਲੋਕ ਵੀ ਆਏ। ਇਹ ਲੋਕ ਈਰਾਨ ਅਤੇ ਦੱਖਣੀ ਰੂਸ ਵੱਲੋਂ ਆਏ ਸਮਝੇ ਜਾਂਦੇ ਹਨ। ਇਹਨਾਂ ਦਾ ਪਿਛੋਕੜ ਸਮਝਣ ਲਈ ਇਹ ਜਾਣ ਲੈਣਾ ਬਹੁਤ ਯੋਗ ਹੋਵੇਗਾ ਕਿ 1934 ਤੋਂ 1945 ਤੱਕ ਜਰਮਨੀ ਦਾ ਸ਼ਾਸਕ ਰਿਹਾ ਅਡੋਲਫ ਹਿਟਲਰ, ਜੋ ਦੂਸਰੇ ਵਿਸ਼ਵ ਜੰਗ ਦਾ ਅਸਲ ਦੋਸ਼ੀ ਹੈ, ਵੀ ਆਰੀਆ ਮੂਲ ਦਾ ਸੀ ਅਤੇ ਉਸ ਦਾ ਚਿੰਨ੍ਹ ਵੀ ਸਵਾਸਤਿਕਤਾ ਸੀ, ਜੋ ਭਾਰਤੀ ਆਰੀਅਨ ਲੋਕਾਂ ਅੱਜ ਦੇ ਬ੍ਰਾਹਮਣਾਂ ਦਾ ਹੈ। ਇਹ ਬਹੁਤ ਸ਼ਾਤਰ ਲੋਕ ਸਨ। ਆਪਣੀ ਤਾਕਤ ਅਤੇ ਚਤੁਰਾਈ ਨਾਲ ਇਹਨਾਂ ਦਰਾਵੜ ਲੋਕਾਂ ਨੂੰ ਸਹਿਜੇ ਹੀ ਆਪਣਾ ਗੁਲਾਮ ਬਣਾ ਲਿਆ। ਹੌਲੀ ਹੌਲੀ ਵਧੇਰੇ ਦਰਾਵੜ ਲੋਕ ਦੱਖਣ ਵੱਲ ਸੁੰਗੜਦੇ ਗਏ। ਇਹਨਾਂ ਵਿੱਚੋਂ ਹੀ ਕਈ ਜੰਗਲਾਂ ਜਾਂ ਪਹਾੜਾਂ ਵਿੱਚ ਜਾ ਲੁਕੇ ਅਤੇ ਉੱਥੋਂ ਆਰੀਆ ਲੋਕਾਂ ਵਿਰੁੱਧ ਗੁਰੀਲਾ ਕਿਸਮ ਦੀ ਜੰਗ ਕਰਦੇ ਰਹੇ। ਇਹਨਾਂ ਨੂੰ ਹੀ ਅੱਜ ਆਦੀਵਾਸੀ ਕਿਹਾ ਜਾਂਦਾ ਹੈ। ਇਹਨਾਂ ਨੂੰ ਹੀ ਆਰੀਆ ਲੋਕਾਂ ਅੱਜ ਦੇ ਬ੍ਰਾਹਮਣਾਂ ਵੱਲੋਂ ਰਾਖਸ਼ ਕਿਹਾ ਜਾਂਦਾ ਹੈ। ਸਿੱਖ ਇਤਿਹਾਸ ਵਿੱਚ ਵੀ ਇੱਕ ਕੌਡਾ ਰਾਖਸ਼ ਦੀ ਸਾਖੀ ਬਹੁਤ ਪ੍ਰਚਲਿਤ ਹੈ, ਜਦ ਕਿ ਅਸਲੀਅਤ ਵਿੱਚ ਕੌਡਾ ਭੀਲ ਜਾਂ ਕੌਡਾ ਆਦੀਵਾਸੀ ਕਿਹਾ ਜਾਣਾ ਚਾਹੀਦਾ ਹੈ। ਆਰੀਆ ਲੋਕਾਂ ਨੇ ਸਮੂਹਕ ਰੂਪ ਵਿੱਚ ਭਾਰਤ ਵਿੱਚ ਹੀ ਵਸਣ ਦਾ ਫੈਸਲਾ ਕੀਤਾ, ਪਰ ਇਹਨਾਂ ਨੂੰ ਹਰ ਵੇਲੇ ਇਹ ਡਰ ਖਾਈ ਜਾਂਦਾ ਸੀ ਕਿ ਜਿਵੇਂ ਦਰਾਵੜ ਲੋਕਾਂ ਵਿੱਚ ਕੁਝ ਤਾਕਤ ਅਤੇ ਜਾਗਰਤੀ ਆਈ, ਇਹ ਸਾਨੂੰ ਇੱਥੋਂ ਜਾਣ ਲਈ ਆਖਣਗੇ। ਜਿਵੇਂ ਕਿ ਅਸੀਂ ਵੇਖਿਆ ਹੈ ਕਿ ਤਕਰੀਬਨ 200 ਸਾਲ ਦੇ ਰਾਜ ਤੋਂ ਬਾਅਦ ਅੰਗਰੇਜ਼ਾਂ ਨੂੰ ਵੀ ਭਾਰਤ ਛੱਡ ਕੇ ਜਾਣਾ ਪਿਆ। ਦਰਾਵੜ ਲੋਕਾਂ ਨੂੰ ਵੀ ਸਦੀਵੀ ਤੌਰ ਤੇ ਗੁਲਾਮ ਬਣਾ ਕੇ ਰੱਖਣ ਲਈ ਇਹਨਾਂ ਧਰਮ ਦੇ ਨਾਂ ਤੇ ਇੱਕ ਸਾਜ਼ਿਸ਼ ਰਚੀ। ਇਹਨਾਂ ਉਸ ਸਮੇਂ ਦੇ ਭਾਰਤੀ ਸਮਾਜ ਨੂੰ 4 ਵਰਨਾਂ ਵਿੱਚ ਵੰਡ ਦਿੱਤਾ, ਜਿਸ ਵਿੱਚ ਆਰੀਆ ਲੋਕ ਆਪ ਸਭ ਤੋਂ ਉੱਪਰ ਬ੍ਰਾਹਮਣ ਬਣ ਕੇ ਬੈਠ ਗਏ ਅਤੇ ਆਪਣੇ ਆਪ ਨੂੰ ਧਾਰਮਿਕ ਆਗੂ, ਦੇਵਤੇ ਦੇ ਰੂਪ ਵਿੱਚ ਸਥਾਪਿਤ ਕਰ ਲਿਆ। ਇਹਨਾਂ ਦਾ ਕੰਮ ਆਪਣੀ ਅਤੇ ਆਪਣੇ ਥਾਪੇ ਦੇਵੀ ਦੇਵਤਿਆਂ ਦੀ ਪੂਜਾ ਕਰਨੀ, ਕਰਾਉਣੀ, ਵਿੱਦਿਆ ਪੜ੍ਹਨੀ ਤੇ ਪੜ੍ਹਾਉਣੀ, ਧਾਰਮਿਕ ਕਿਰਿਆ ਅਤੇ ਸੰਸਕਾਰ ਕਰਨੇ ਅਤੇ ਬਾਕੀ ਸਾਰੇ ਵਰਨਾਂ ਤੋਂ ਧਰਮ ਦੇ ਨਾਂ ਤੇ ਦਾਨ ਲੈਣਾ ਸੀ। ਬਾਹਰੋਂ ਆਏ ਦੂਸਰੇ ਹਮਲਾਵਰ ਜੋ ਕੁਝ ਇੱਥੇ ਵਸ ਗਏ ਸਨ ਅਤੇ ਜਿਨ੍ਹਾਂ ਨੂੰ ਇਹ ਆਰੀਆ ਲੋਕ ਆਪਣੇ ਵਾਂਗ ਹੀ ਤਾਕਤਵਰ ਅਤੇ ਭਵਿੱਖ ਵਿੱਚ ਆਪਣੇ ਵਾਸਤੇ ਖਤਰਾ ਵੀ ਸਮਝਦੇ ਸਨ, ਉਹਨਾਂ ਨੂੰ ਇਹਨਾਂ ਕਸ਼ੱਤਰੀ, ਜਿਸ ਨੂੰ ਅਸੀਂ ਆਮ ਤੌਰ ਤੇ ਖੱਤਰੀ ਕਹਿ ਦਿੰਦੇ ਹਾਂ, ਦਾ ਦਰਜਾ ਦਿੱਤਾ। ਖੱਤਰੀ ਦਾ ਕੰਮ ਰਾਜ ਕਰਨਾ ਅਤੇ ਰਾਜ ਦੀ ਰੱਖਿਆ ਕਰਨਾ ਸੀ, ਪਰ ਉਸ ਦਾ ਰਾਜਗੁਰੂ ਬ੍ਰਾਹਮਣ ਸੀ। ਇਸ ਤਰ੍ਹਾਂ ਉਹ ਰਾਜ ਕਰਦਾ ਹੋਇਆ ਵੀ ਧਾਰਮਿਕ ਤੌਰ ਤੇ ਬ੍ਰਾਹਮਣ ਦੇ ਅਧੀਨ ਹੀ ਸੀ। ਕਿਸੇ ਵੀ ਤਰ੍ਹਾਂ ਦੇ ਬਾਹਰੀ ਹਮਲੇ ਜਾਂ ਅੰਦਰੂਨੀ ਝਗੜੇ ਦੀ ਹਾਲਤ ਵਿੱਚ ਦੇਸ਼ ਦੀ ਰੱਖਿਆ ਕਰਨ ਦਾ ਕੰਮ ਇਸ ਦਾ ਸੀ, ਬਲਕਿ ਹਰ ਹਾਲਤ ਵਿੱਚ ਹੀ ਇਸ ਦਾ ਪਹਿਲਾ ਫਰਜ਼ ਬ੍ਰਾਹਮਣ ਅਤੇ ਬ੍ਰਾਹਮਣੀ ਹਿੱਤਾਂ ਦੀ ਰੱਖਿਆ ਕਰਨਾ ਸੀ। ਸੋ ਲੋੜ ਪੈਣ ਤੇ ਲੜੇ ਮਰੇ ਕਸ਼ੱਤਰੀ ਤੇ ਬ੍ਰਾਹਮਣ ਐਸ਼ ਕਰੇ। ਇਸ ਤਰ੍ਹਾਂ ਹਮਲਾਵਰਾਂ ਜਾਂ ਕਸ਼ੱਤਰੀ ਦੋਨਾਂ ਵਿੱਚੋਂ ਜਿਹੜਾ ਵੀ ਮਰੇ, ਬ੍ਰਾਹਮਣ ਭਾਵ ਆਰੀਆ ਭਾਈਚਾਰੇ ਦਾ ਦੁਸ਼ਮਣ ਹੀ ਮਰੇ। ਇਤਿਹਾਸ ਵਿੱਚ ਐਸੇ ਵਰਣਨ ਵੀ ਆਉਂਦੇ ਹਨ ਕਿ ਜਦੋਂ ਵੀ ਬ੍ਰਾਹਮਣ ਨੂੰ ਇਹ ਮਹਿਸੂਸ ਹੋਇਆ ਕਿ ਖੱਤਰੀ ਲੋਕ ਵਧੇਰੇ ਤਾਕਤਵਰ ਹੋ ਗਏ ਹਨ, ਤਾਂ ਇਸ ਨੇ ਆਪ ਹਥਿਆਰ ਚੁੱਕ ਕੇ ਵੀ ਖੱਤਰੀ ਲੋਕਾਂ ਨੂੰ ਮਾਰਿਆ। ਇਸ ਸਿਲਸਿਲੇ ਵਿੱਚ ਪਰਸਰਾਮ ਨਾਂ ਦੇ ਬ੍ਰਾਹਮਣ ਦਾ ਵਰਣਨ ਖਾਸ ਤੌਰ ਤੇ ਆਉਂਦਾ ਹੈ। ਆਰੀਆ ਲੋਕਾਂ ਨੇ ਦਰਾਵੜ ਸਮਾਜ ਨੂੰ ਵਧੇਰੇ ਕਮਜ਼ੋਰ ਕਰਨ ਲਈ ਇਸ ਨੂੰ 2 ਹਿੱਸਿਆਂ ਵਿੱਚ ਵੰਡ ਦਿੱਤਾ। ਆਰੀਆ ਵਿਦਵਾਨ ਇਹ ਸਮਝਦੇ ਸਨ ਕਿ ਕਿਸੇ ਸਮਾਜ ਦੀ ਅਗਵਾਈ ਉਸਦੇ ਕੁਝ ਸੂਝਵਾਨ ਅਤੇ ਸਮਰੱਥ ਲੋਕ ਹੀ ਕਰ ਸਕਦੇ ਹਨ। ਗਰੀਬ ਆਦਮੀ ਤਾਂ
ਆਪਣੀ 2 ਵੇਲੇ ਦੀ ਰੋਟੀ ਕਮਾਉਣ ਤੋਂ ਹੀ ਵਿਹਲਾ ਨਹੀਂ ਹੁੰਦਾ। ਉਹਨਾਂ ਨੇ ਦਰਾਵੜ ਭਾਈਚਾਰੇ ਦੇ ਐਸੇ ਕੋਈ ਸੂਝਵਾਨ ਅਤੇ ਸਮਰੱਥ ਲੋਕਾਂ ਨੂੰ ਡੈਸ਼ ਦਾ ਨਾਂ ਦੇ ਦਿੱਤਾ। ਉਹਨਾਂ ਨੂੰ ਵਪਾਰ ਕਰਨ ਦਾ ਕੰਮ ਸੌਂਪਿਆ। ਅਸੀਂ ਸਭ ਜਾਣਦੇ ਹਾਂ ਕਿ ਵਪਾਰ ਸਦਾ ਵਧੇਰੇ ਧਨ ਕਮਾਉਣ ਦਾ ਸਾਧਨ ਰਿਹਾ ਹੈ ਅਤੇ ਜਿਹੜਾ ਵਧੇਰੇ ਧਨ ਕਮਾਉਣ ਦੇ ਲੋਭ ਵਿੱਚ ਪੈ ਜਾਵੇ ਉਹ ਉਸ ਤੋਂ ਅੱਗੇ ਹੋਰ ਕੁਝ ਸੋਚ ਹੀ ਨਹੀਂ ਸਕਦਾ, ਬਲਕਿ ਉਸ ਨੂੰ ਹਰ ਵੇਲੇ ਇਹੀ ਡਰ ਲੱਗਾ ਰਹਿੰਦਾ ਹੈ ਕਿ ਉਸ ਦੀ ਸਥਾਪਿਤ ਕੀਤੀ ਵਪਾਰਕ ਸੰਸਥਾ ਕਿਤੇ ਢਹਿ ਢੇਰੀ ਨਾ ਹੋ ਜਾਵੇ ਅਤੇ ਉਸ ਦਾ ਕਮਾਇਆ ਧਨ ਕਿਤੇ ਗੁਆਚ ਨਾ ਜਾਵੇ। ਉਸ ਨੇ ਆਪਣੇ ਭਾਈਚਾਰੇ ਦਾ ਜਾਂ ਕੌਮ ਬਾਰੇ ਕੀ ਸੋਚਣਾ ਹੈ? ਬਾਕੀ ਦੇ ਸਾਰੇ ਦਰਾਵੜ ਸਮਾਜ ਨੂੰ ਉਸ ਨੇ ਸ਼ੂਦਰ ਗਰਦਾਨ ਕਰ ਦਿੱਤਾ। ਸ਼ੂਦਰ ਦਾ ਕੰਮ ਉੱਪਰਲੇ 3 ਵਰਨਾਂ ਦੀ ਸੇਵਾ ਕਰਨਾ ਸੀ। ਦਰਾਵੜ ਲੋਕ ਵਧੇਰੇ ਤੌਰ ਤੇ ਕਿਉਂਕਿ ਮਿਹਨਤਕਸ਼ ਅਤੇ ਕਿਰਤੀ ਸਨ, ਉਹਨਾਂ ਨੇ ਸਾਰੇ ਕਿਰਤਾਂ ਨੂੰ ਸ਼ੂਦਰ ਲੋਕਾਂ ਨਾਲ ਜੋੜ ਦਿੱਤਾ ਅਤੇ ਹਰ ਕਿਰਤੀ ਨੂੰ ਸ਼ੂਦਰ ਗਰਦਾਨ ਦਿੱਤਾ। ਇਤਨਾ ਹੀ ਨਹੀਂ, ਹਰ ਕਿਰਤ ਨੂੰ ਇੱਕ ਜਾਤ ਦਾ ਨਾਂ ਦੇ ਦਿੱਤਾ, ਜਿਸ ਨਾਲ ਇਹ ਆਪਸ ਵਿੱਚ ਹੀ ਹੋਰ ਕਈ ਜਾਤਾਂ ਵਿੱਚ ਵੰਡੇ ਜਾਣ। ਇਹਨਾਂ ਅੰਦਰ ਹੀਨ ਭਾਵਨਾ ਭਰਨ ਲਈ ਇਹਨਾਂ ਨੂੰ ਨੀਚ ਅਤੇ ਅਛੂਤ ਆਖਿਆ ਅਤੇ ਇਹਨਾਂ ਦਾ ਸਦੀਵੀ ਮਾਨਸਿਕ ਸ਼ੋਸ਼ਣ ਕਰਨ ਲਈ ਇਹਨਾਂ ਨੂੰ ਵਿਦਿਆ ਦੇ ਅਧਿਕਾਰ ਤੋਂ ਵੀ ਸੱਖਣਾ ਕਰ ਦਿੱਤਾ, ਤਾਂ ਕਿ ਗਿਆਨ ਵਿਹੂਣੇ ਰਹਿ ਕੇ ਇਹ ਸਦਾ ਬ੍ਰਾਹਮਣ ਦੇ ਮਾਨਸਿਕ ਗੁਲਾਮ ਬਣੇ ਰਹਿਣ। ਇਹਨਾਂ ਨੂੰ ਅਪਮਾਨਿਤ ਕਰਨ ਲਈ ਐਸੀ ਵਿਵਸਥਾ ਤਿਆਰ ਕੀਤੀ ਕਿ ਸਾਰੇ ਵਰਨਾਂ, ਖਾਸ ਤੌਰ ਤੇ ਬ੍ਰਾਹਮਣ ਸ਼ੂਦਰ ਦਾ ਪਰਛਾਵਾਂ ਪੈਣ ਨਾਲ ਭਿੱਟ ਜਾਂਦਾ ਹੈ ਅਤੇ ਸਜ਼ਾ ਦਾ ਪਾਤਰ ਬਣਦਾ ਹੈ। ਧਰਮ ਦੇ ਨਾਂ ਤੇ ਰਚੀ ਗਈ ਇਹ ਇੱਕ ਐਸੀ ਸਾਜ਼ਿਸ਼ ਹੈ ਕਿ ਕਈ ਸਦੀਆਂ ਬੀਤ ਜਾਣ ਤੇ ਵੀ ਭਾਰਤੀ ਸਮਾਜ ਇਸ ਤੋਂ ਛੁਟਕਾਰਾ ਨਹੀਂ ਪਾ ਸਕਿਆ। ਦੁਨੀਆ ਵਿੱਚ ਮਨੁੱਖੀ ਭੇਦਭਾਵ ਦੀ ਇਸ ਤੋਂ ਖਤਰਨਾਕ ਖੇਡ ਹੋਰ ਕਿਤੇ ਨਜ਼ਰ ਨਹੀਂ ਆਉਂਦੀ, ਜਿੱਥੇ ਉਹ ਮਨੁੱਖ ਜੋ ਅਜੇ ਦੁਨੀਆ ਵਿੱਚ ਆਇਆ ਹੀ ਨਹੀਂ, ਜਿਸ ਨੇ 100-500 ਸਾਲ ਬਾਅਦ ਜਨਮ ਲੈਣਾ ਹੈ, ਉਸ ਦਾ ਸਮਾਜ ਵਿੱਚ ਸਥਾਨ ਅਤੇ ਪੇਸ਼ਾ ਪਹਿਲਾਂ ਹੀ ਨਿਯਤ ਕਰ ਦਿੱਤਾ ਹੋਵੇ ਅਤੇ ਇਹ ਕੁਲ ਵਿੱਚ ਜਦੋਂ ਵੀ ਕੋਈ ਬੱਚਾ ਜਨਮ ਲਵੇਗਾ ਉਹ ਚੂੜਾ, ਚਮਾਰ, ਕਸਾਈ, ਲੁਹਾਰ, ਤਰਖਾਣ ਜਾਂ ਛੀਪਾ ਹੋਵੇਗਾ ਅਤੇ ਉਸ ਦਾ ਕੰਮ ਲੋਕਾਂ ਦੇ ਮਲ ਮੂਤਰ ਦੀ ਗੰਦਗੀ ਢੋਣਾ, ਮਰੇ ਜਾਨਵਰਾਂ ਦੀ ਸੰਭਾਲ ਕਰਨੀ, ਉੱਪਰਲੇ 3 ਵਰਗਾਂ ਦੇ ਲੋਕਾਂ ਦੀ ਹਰ ਲੋੜ ਦੀ ਵਸਤੂ ਤਿਆਰ ਕਰਨੀ ਆਦਿ ਅਤੇ ਉਹਨਾਂ ਦੀ ਸੇਵਾ ਕਰਨਾ ਹੋਵੇਗਾ। ਆਰਥਿਕ ਪਾੜਾ ਵਧਣ ਦੇ ਨਾਲ ਵੈਸ਼ ਅਤੇ ਸ਼ੂਦਰ ਦੇ ਵਿੱਚ ਵੀ ਫਾਸਲਾ ਵੱਧਦਾ ਗਿਆ। ਹਾਲਾਤ ਇਹ ਹਨ ਕਿ ਅੱਜ ਵੈਸ਼ ਆਪਣੇ ਆਪ ਨੂੰ ਬ੍ਰਾਹਮਣ ਅਤੇ ਖੱਤਰੀ ਦੇ ਵਧੇਰੇ ਨੇੜੇ ਮਹਿਸੂਸ ਕਰਦਾ ਹੈ। ਸ਼ੂਦਰ ਦੀ ਨੇੜਤਾ ਤੋਂ ਉਸ ਨੂੰ ਹੀਨ ਭਾਵਨਾ ਮਹਿਸੂਸ ਹੁੰਦੀ ਹੈ। ਇਸ ਸਾਰੀ ਸਾਜ਼ਿਸ਼ ਦਾ ਸੂਤਰਧਾਰ ਮੰਨੂ ਨਾਂ ਦਾ ਆਰਿਆ ਵਿਦਵਾਨ ਸੀ, ਜਿਸ ਨੇ ਮੰਨੂ ਸਿਮਰਤੀ ਨਾਂ ਦੀ ਕਿਤਾਬ ਵਿੱਚ ਇਹ ਖਤਰਨਾਕ ਵਿਵਸਥਾ ਦਾ ਵਿਆਖਿਆਨ ਕੀਤਾ ਹੈ। ਇਸ ਵਾਸਤੇ ਇਸ ਵਿਵਸਥਾ ਨੂੰ ਮੰਨੂਵਾਦ ਵੀ ਆਖਿਆ ਜਾਂਦਾ ਹੈ। ਦੁਨੀਆ ਵਿੱਚ ਆਰਥਿਕ ਪੱਧਰ ਤੇ ਵਰਗ ਵੰਡ ਹਮੇਸ਼ਾ ਰਹੀ ਹੈ, ਪਰ ਇਹ ਵਰਗ ਵੰਡ ਸਥਾਈ ਨਹੀਂ ਹੈ। ਇਹ ਹਮੇਸ਼ਾ ਬਦਲਦੀ ਰਹੀ ਹੈ ਅਤੇ ਕਿਸੇ ਲਈ ਵੀ ਕਦੇ ਵੀ ਬਦਲ ਸਕਦੀ ਹੈ। ਜੋ ਅੱਜ ਬਹੁਤ ਗਰੀਬ ਹੈ ਉਹ ਕੁਝ ਧਨ ਕਮਾ ਕੇ ਕੱਲ ਨੂੰ ਉੱਪਰਲੇ ਵਰਗ ਵਿੱਚ ਆ ਸਕਦਾ ਹੈ ਅਤੇ ਅੱਜ ਦਾ ਧਨਾਢ ਦੌਲਤ ਗਵਾ ਕੇ ਹੇਠਲੇ ਵਰਗ ਵਿੱਚ ਪਹੁੰਚ ਸਕਦਾ ਹੈ। ਮੌਜੂਦਾ ਸਮਾਜ ਵਿੱਚ ਕੱਲ ਦੇ ਵੱਡੇ ਵੱਡੇ ਧਨਾਢ ਸਮੇਂ ਨਾਲ ਗਰੀਬੀ ਨਾਲ ਜੂਝਦੇ ਦੇਖੇ ਗਏ ਹਨ। ਬੀਤੇ ਕੱਲ ਦੇ ਗਰੀਬ ਕਰੋੜਾਂ ਵਿੱਚ ਖੇਡਦੇ ਆਮ ਵੇਖੇ ਜਾ ਸਕਦੇ ਹਨ, ਪਰ ਇਹ ਵਰਗ ਵੰਡ ਦੀ ਸਾਜ਼ਿਸ਼ ਇਤਨੀ ਖਤਰਨਾਕ ਅਤੇ ਸਥਾਈ ਹੈ ਕਿ ਜੋ ਅੱਜ ਜਿਸ ਵਰਨ ਵਿੱਚ ਜਨਮਿਆ ਹੈ ਹਮੇਸ਼ਾ ਉਸੇ ਜਾਤ ਵਰਨ ਦਾ ਹੀ ਰਹੇਗਾ, ਬਲਕਿ ਉਸ ਦੀਆਂ ਆਉਣ ਵਾਲੀਆਂ ਕੁਲਾਂ ਵੀ ਇਸ ਤੋਂ ਮੁਕਤ ਨਹੀਂ ਹੋ ਸਕਣਗੀਆਂ। ਸਤਿਗੁਰੂ ਨੇ ਬ੍ਰਾਹਮਣ ਦੁਆਰਾ ਸਮਾਜ ਵਿੱਚ ਜਾਤ ਪਾਤ, ਊਚ ਨੀਚ ਤੇ ਫੈਲਾਏ ਕੋੜ ਖਿਲਾਫ ਇੱਕ ਇਨਕਲਾਬ ਸ਼ੁਰੂ ਕੀਤਾ ਸੀ। ਜਿਸ ਸਮੇਂ ਆਪਣੇ ਆਪ ਨੂੰ ਉੱਚੀਆਂ ਜਾਤਾਂ ਦੇ ਸਮਝਣ ਵਾਲੇ ਲੋਕ ਅਖੌਤੀ ਨੀਵੀਆਂ ਜਾਤਾਂ ਦੇ ਪਰਛਾਵੇਂ ਨਾਲ ਭਿੱਟ ਜਾਂਦੇ ਸਨ, ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਭਾਈ ਲਾਲੋ ਜੀ ਦੇ ਘਰ ਜਾ ਕੇ ਰਹਿੰਦੇ ਸਨ। ਸੰਸਾਰ ਦੇ ਲੋਕਾਂ ਆਖਿਆ ਸੀ, ਗੁਰੂ ਨਾਨਕ ਪਾਤਸ਼ਾਹ ਆਪ ਤਾਂ ਖੱਤਰੀ ਹੋ, ਉੱਚੀ ਕੁਲ ਦੇ ਹੋ, ਕਿਸੇ ਇੱਕ ਛੋਟੀ ਜਾਤ ਵਾਲੇ ਤਰਖਾਣ ਦੇ ਘਰ ਆ ਟਿਕੇ ਹੋ। ਸਤਿਗੁਰੂ ਨੇ ਫਰਮਾਇਆ ਸੀ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸੋ ਕਿਆ ਰੀਸ, ਜਿੱਥੇ ਨੀਚ ਸਮਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਹੇ ਪ੍ਰਭੂ, ਮੈਂ ਤੈਥੋਂ ਇਹੀ ਮੰਗਦਾ ਹਾਂ ਕਿ ਤੇਰਾ ਨਾਨਕ ਉਹਨਾਂ ਬੰਦਿਆਂ ਨਾਲ ਸਾਥ ਨਿਭਾਵੇ ਜੋ ਨੀਵੀਂ ਤੋਂ ਨੀਵੀਂ ਜਾਤ ਦੇ ਹਨ, ਜੋ ਨੀਵਿਆਂ ਤੋਂ ਵੀ ਅਤ ਨੀਵੇਂ ਅਖਵਾਉਂਦੇ ਹਨ।
ਮੈਨੂੰ ਮਾਇਆ ਧਾਰੀਆਂ ਦੇ ਰਾਹੇ ਤੁਰਨ ਦੀ ਕੋਈ ਤਾਂਘ ਨਹੀਂ, ਕਿਉਂਕਿ ਮੈਨੂੰ ਪਤਾ ਹੈ ਕਿ ਤੇਰੀ ਮਿਹਰ ਦੀ ਨਜ਼ਰ ਉੱਥੇ ਹੈ ਜਿੱਥੇ ਗਰੀਬਾਂ ਦੀ ਸਾਰ ਲਈ ਜਾਂਦੀ ਹੈ। ਇਤਨਾ ਹੀ ਨਹੀਂ, ਸਤਿਗੁਰੂ ਨੂੰ ਹੱਕ ਸੱਚ ਦੀ ਕਮਾਈ ਕਰਨ ਵਾਲੇ ਭਾਈ ਲਾਲੋ ਸਭ ਤੋਂ ਉੱਚੀ ਜਾਤ ਦੇ ਦਿਸਦੇ ਸਨ, ਅਤੇ ਭਾਈ ਲਾਲੋ ਦੀਆਂ ਕਿਰਤ ਕਮਾਈ ਦੀਆਂ ਕੋਧਰੇ ਦੀਆਂ ਰੋਟੀਆਂ ਚੋਂ ਦੁੱਧ ਘਿਓ ਦਾ ਸਵਾਦ ਆਉਂਦਾ ਸੀ। ਜਾਤ ਅਭਿਮਾਨੀ ਅਤੇ ਗਰੀਬਾਂ ਦਾ ਹੱਕ ਮਾਰ ਕੇ ਧਨ ਇਕੱਤਰ ਕਰਨ ਵਾਲੇ ਮਲਕ ਭਾਗੋ ਦੇ ਪਕਵਾਨਾਂ ਚੋਂ ਗਰੀਬਾਂ ਦਾ ਨਿਚੋੜਿਆ ਹੋਇਆ ਲਹੂ ਦਿਸਦਾ ਸੀ। 54 ਸਾਲ ਦਾ ਲੰਮਾ ਸਮਾਂ ਗੁਰੂ ਨਾਨਕ ਪਾਤਸ਼ਾਹ ਦੇ ਸਭ ਤੋਂ ਨੇੜੇ ਰਹਿਣ ਵਾਲੇ ਸਾਥੀ ਭਾਈ ਮਰਦਾਨਾ ਜੀ ਵੀ ਭਾਰਤੀ ਸਮਾਜ ਦੀਆਂ ਨਜ਼ਰਾਂ ਵਿੱਚ ਛੋਟੀ ਜਾਤ ਦੇ ਢੂੰਘ ਸਨ। ਸਭ ਤੋਂ ਪਹਿਲਾਂ ਖੰਡੇ ਵਾਟੇ ਦੀ ਪਹੁਲ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲੇ ਵੀ ਪੰਜਾਂ ਚੋਂ 4 ਸਮਾਜ ਦੀਆਂ ਅਖੌਤੀ ਛੋਟੀਆਂ ਜਾਤਾਂ ਵਿੱਚੋਂ ਸਨ। ਗੁਰੂ ਗੋਬਿੰਦ ਪਾਤਸ਼ਾਹ ਨੇ ਇਹਨਾਂ ਸਾਰਿਆਂ ਨੂੰ ਆਪਣੇ 5 ਪਿਆਰੇ ਕਹਿ ਕੇ ਨਵਾਜਿਆ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਨ੍ਹਾਂ 15 ਇਲਾਹੀ ਭਗਤਾਂ ਦੀ ਬਾਣੀ ਦਰਜ ਕੀਤੀ ਗਈ, ਉਹ ਵੀ ਬਿਨਾਂ ਕਿਸੇ ਜਾਤ ਪਾਤ, ਊਚ ਨੀਚ ਜਾਂ ਇਲਾਕੇ ਦੇ ਭੇਦਭਾਵ ਦੇ ਕੀਤੀ ਗਈ। ਅੱਜ ਸੰਸਾਰ ਦਾ ਜੋ ਵੀ ਪ੍ਰਾਣੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਨਵਾਉਂਦਾ ਹੈ, ਉਹ ਗੁਰੂ ਸਾਹਿਬਾਨ ਦੇ ਨਾਲ ਨਾਲ ਭਗਤ ਰਵਿਦਾਸ ਜੀ, ਕਬੀਰ ਜੀ, ਸੈਨ ਜੀ, ਨਾਮਦੇਵ ਜੀ, ਤਰਲੋਚਨ ਜੀ, ਰਾਮਾਨੰਦ ਜੀ, ਪਰਮਾਨੰਦ ਜੀ, ਸ਼ੇਖ ਫਰੀਦ ਜੀ, ਭਾਵ ਸਾਰੇ ਭਗਤ ਸਹਿਬਾਨਾਂ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਦੇ ਅੱਗੇ ਸੀਸ ਨਵਾਉਂਦਾ ਹੈ। ਸ਼ੁਕਰ ਮੇਰੇ ਮਾਲਕਾ, ਸ਼ੁਕਰ ਗੁਰਬਾਣੀ ਦੇ ਲੱਖ ਲੱਖ ਸ਼ੁਕਰ ਮੇਰੇ ਮਾਲਕਾ। ਗੁਰਬਾਣੀ ਦੇ ਬੇਅੰਤ ਸ਼ਬਦ ਸਾਨੂੰ ਜਾਤ ਪਾਤ ਦੇ ਕੋੜ ਤੋਂ ਬਚ ਕੇ ਰਹਿਣ ਲਈ ਪ੍ਰੇਰਨਾ ਦਿੰਦੇ ਹਨ। ਫੱਕੜ ਜਾਤੀ ਫੱਕੜ ਨਾਉ, ਸਭਨਾ ਜੀਆਂ ਇੱਕਾ ਛਾਉ, ਆਪੋ ਜੇ ਕੋ ਭਲਾ ਕਹਾਏ, ਨਾਨਕ ਤਾਂ ਪਰ ਪੈ ਜਾਂ ਪਤ ਲੇਖੇ ਪਾਏ। ਜਾਤ ਦਾ ਅਹੰਕਾਰ ਤੇ ਨਾਮ ਬੜੱਪਣ ਦਾ ਅਹੰਕਾਰ ਵਿਅਰਥ ਹਨ। ਅਸਲ ਵਿੱਚ ਸਾਰੇ ਜੀਵਾਂ ਦੀ ਇੱਕੋ ਹੀ ਨੁਹਾਰ ਹੁੰਦੀ ਹੈ, ਭਾਵ ਆਤਮਾ ਸਭ ਦਾ ਇੱਕ ਹੀ ਹੈ। ਜਾਤੀ ਜਾਂ ਵਡਿਆਈ ਦੇ ਆਸਰੇ ਜੇ ਕੋਈ ਜੀਵ ਆਪਣੇ ਆਪ ਨੂੰ ਚੰਗਾ ਅਖਵਾਏ ਤਾਂ ਉਹ ਚੰਗਾ ਨਹੀਂ ਬਣ ਜਾਂਦਾ। ਹੇ ਨਾਨਕ, ਜੀਵ ਤਾਂ ਹੀ ਚੰਗਾ ਜਾਣਿਆ ਜਾਂਦਾ ਹੈ ਜੇ ਲੇਖੇ ਵਿੱਚ, ਭਾਵ ਸੱਚੀ ਦਰਗਾਹ ਵਿੱਚ ਲੇਖੇ ਵੇਲੇ ਆਦਰ ਹਾਸਲ ਕਰੇ। ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨਾ ਹੈ। ਹੇ ਭਾਈ, ਸਭਨਾ ਵਿੱਚ ਇੱਕ ਹੀ ਪ੍ਰਭੂ ਦੀ ਜੋਤ ਜਾਣ ਕੇ ਕਿਸੇ ਦੀ ਜਾਤ ਨਾ ਪੁੱਛੋ, ਕਿਉਂਕਿ ਅੱਗੇ ਪਰਲੋਕ ਵਿੱਚ ਕਿਸੇ ਦੀ ਜਾਤ ਨਾਲ ਨਹੀਂ ਜਾਣੀ। ਗਰਭ ਬਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ, ਕਹੁਰੇ ਪੰਡਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕੇ ਜਨਮ ਮਤ ਹੋਏ। ਸਾਰੇ ਜੀਵਾਂ ਦੀ ਉਤਪਤੀ ਪਰਮਾਤਮਾ ਦੀ ਅੰਸ਼ ਤੋਂ ਹੋ ਰਹੀ ਹੈ, ਭਾਵ ਸਭ ਦਾ ਮੂਲ ਕਾਰਨ ਵਾਹਿਗੁਰੂ ਪਰਮੇਸ਼ਰ ਆਪ ਹੈ। ਮਾਂ ਦੇ ਪੇਟ ਵਿੱਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ। ਦੱਸ ਹੇ ਪੰਡਤ, ਤੁਸੀਂ ਬ੍ਰਾਹਮਣ ਕਦੋਂ ਦੇ ਬਣ ਗਏ ਹੋ? ਇਹ ਆਖ ਕੇ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮਨੁੱਖਾ ਜਨਮ ਅਹੰਕਾਰ ਵਿੱਚ ਅਜਾਈ ਨਾ ਗਵਾਓ। ਬਲਕਿ ਇਸੇ ਸ਼ਬਦ ਦੇ ਅਗਲੇ ਪਦ ਵਿੱਚ ਭਗਤ ਕਬੀਰ ਜੀ ਬ੍ਰਾਹਮਣ ਨੂੰ ਤਾਨਾ ਮਾਰਦੇ ਹੋਏ ਆਖਦੇ ਹਨ ਕਿ ਜੇ ਤੂੰ ਆਪਣੀ ਜਾਤ ਅਭਿਮਾਨ ਕਾਰਨ ਆਪਣੇ ਆਪ ਨੂੰ ਦੂਸਰਿਆਂ ਤੋਂ ਉੱਚਾ ਸਮਝਦਾ ਹੈ, ਤੂੰ ਬ੍ਰਾਹਮਣੀ ਦੇ ਪੇਟ ਤੋਂ ਜਨਮ ਦਾ ਮਾਣ ਕਰਦਾ ਹੈ, ਤਾਂ ਫਿਰ ਤੂੰ ਸੰਸਾਰ ਤੇ ਆਉਣ ਦਾ ਰਾਹ ਵੀ ਕੋਈ ਹੋਰ ਕਿਉਂ ਨਹੀਂ ਅਪਣਾਇਆ? ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤਾਂ ਆਨ ਵਾਟ ਕਾਹੇ ਨਹੀਂ ਆਇਆ। ਗੁਰੂ ਨਾਨਕ ਸਾਹਿਬ ਨੇ ਕਿਸੇ ਨੂੰ ਕੁਲ, ਜਾਤ ਜਾਂ ਵਰਨ ਵਿੱਚ ਜਨਮ ਲੈਣ ਕਰਕੇ ਕਿਸੇ ਨੂੰ ਛੋਟਾ ਜਾਂ ਨੀਵਾਂ ਨਹੀਂ ਆਖਿਆ, ਬਲਕਿ ਨੀਵਾਂ ਉਹਨਾਂ ਨੂੰ ਆਖਿਆ ਜੋ ਮਨੁੱਖਾ ਜੀਵਨ ਪ੍ਰਾਪਤ ਕਰਕੇ ਆਪਣੇ ਮੂਲ ਅਕਾਲ ਪੁਰਖ ਨਾਲੋਂ ਟੁੱਟਾ ਹੋਇਆ ਹੈ। ਖਸਮ ਬਸਾਰੇ ਤੇ ਕਮਜਾਤ, ਨਾਨਕ ਨਾਵੈ ਵਾਜ ਸਨਾਤ। ਇਹ ਨਾਨਕ, ਉਹ ਬੰਦੇ ਨੀਵੇਂ ਜੀਵਨ ਵਾਲੇ ਬਣ ਜਾਂਦੇ ਹਨ ਜੋ ਖਸਮ ਪ੍ਰਭੂ ਨੂੰ ਭੁਲਾ ਦਿੰਦੇ ਹਨ। ਨਾਮ ਤੋਂ ਖੁੰਝੇ ਹੋਏ ਜੀਵ ਨੀਚ ਹਨ, ਤੇ ਫਿਰ ਸਤਿਗੁਰ ਨੇ ਔਗੁਣਾਂ ਨੂੰ ਅਤੇ ਅਕਾਲ ਪੁਰਖ ਨਾਲੋਂ ਟੁੱਟਣ ਕਰਕੇ ਔਗੁਣਾਂ ਵਿੱਚ ਗਲਤਾਨ ਹੋਏ ਸਰੀਰ ਨੂੰ ਨੀਚ ਆਖਿਆ ਹੈ। ਵਾਹਿਗੁਰੂ ਦੇ ਪਾਵਨ ਬਚਨ ਹਨ, ਮੁਖ ਨਿੰਦਾ ਆਖਾਂ ਦਿਨ ਰਾਤ, ਪਰ ਕਰ ਜੋਹੀ ਨੀਚ ਸਨਾਤ। ਕਾਮ ਕ੍ਰੋਧ ਤਨ ਵਸੇ ਚੰਡਾਲ, ਧਾਨਕ ਰੂਪ ਰਹਾ ਕਰਤਾਰ। ਮੈਂ ਦਿਨੇ ਰਾਤ ਮੂੰਹੋਂ ਦੂਜਿਆਂ ਦੀ ਨਿੰਦਾ ਕਰਦਾ ਰਹਿੰਦਾ ਹਾਂ। ਮੈਂ ਨੀਚ ਤੇ ਨੀਵੇਂ ਅਸਲੇ ਵਾਲਾ ਹੋ ਗਿਆ ਹਾਂ, ਪਰਾਇਆ ਘਰ ਤੱਕਦਾ ਹਾਂ। ਮੇਰੇ ਸਰੀਰ ਵਿੱਚ ਕਾਮ ਤੇ ਕ੍ਰੋਧ ਚੰਡਾਲ ਵਸ ਰਹੇ ਹਨ। ਹੇ ਕਰਤਾਰ, ਮੈਂ ਸਾਹਸੀਆਂ ਵਾਲੇ ਰੂਪ ਵਿੱਚ ਤੁਰਿਆ ਫਿਰਦਾ ਹਾਂ। ਸਤਿਗੁਰੂ ਨੇ ਸਮਝਾਇਆ ਕਿ ਹੇ ਪੰਡਤ,
ਤੂੰ ਸਮਾਜ ਦੇ ਇੱਕ ਹਿੱਸੇ ਨਾਲ ਸੰਬੰਧਿਤ ਲੋਕਾਂ ਨੂੰ ਨੀਚ ਆਖਦਾ ਹੈ, ਪਰ ਨੀਚ ਕੋਈ ਵਿਅਕਤੀ ਨਹੀਂ ਹੁੰਦਾ, ਬਲਕਿ ਨੀਚ ਤਾਂ ਉਹ ਨਫ਼ਰਤ ਅਤੇ ਵਿਤਕਰੇ ਭਰੀ ਵਿਕਾਰੀ ਸੋਚ ਹੈ ਜੋ ਤੁਹਾਡੀ ਮਾਨਸਿਕਤਾ ਉੱਤੇ ਕਾਬਜ਼ ਹੋਈ ਬੈਠੀ ਹੈ। ਇਤਨਾ ਸਪਸ਼ਟ ਸਿਧਾਂਤ ਹੋਣ ਦੇ ਬਾਵਜੂਦ ਅਸੀਂ ਜਾਤ ਪਾਤ ਅਤੇ ਊਚ ਨੀਚ ਦੇ ਇਸ ਕੋੜ ਨੂੰ ਮੁੜ ਆਪਣੀ ਕੌਮ ਅੰਦਰ ਵਾੜ ਲਿਆ ਹੈ। ਜਿਨ੍ਹਾਂ ਸਮਾਜ ਦੇ ਲਿਤਾੜੇ ਹੋਏ ਵੀਰਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਸੀਨੇ ਨਾਲ ਲਾ ਕੇ ਸਮਾਜ ਵਿੱਚ ਬਰਾਬਰੀ ਬਖਸ਼ੀ ਸੀ, ਉਹਨਾਂ ਨੂੰ ਮਜ਼੍ਹਬੀ, ਦਲਿਤ ਅਤੇ ਹੋਰ ਪਤਾ ਨਹੀਂ ਕੀ ਕਹਿ ਕੇ ਤਿਸਕਾਰਨਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਦੇ ਅਲੱਗ ਗੁਰਦੁਆਰੇ ਬਣ ਗਏ ਹਨ ਅਤੇ ਆਪ ਨੂੰ ਉੱਚੀ ਜਾਤ ਦਾ ਸਮਝਣ ਵਾਲੇ ਕਈ ਮੂਰਖ ਸਿੱਖ ਉਹਨਾਂ ਗੁਰਦੁਆਰਿਆਂ ਵਿੱਚੋਂ ਪ੍ਰਸ਼ਾਦ ਵੀ ਨਹੀਂ ਲੈਂਦੇ, ਲੰਗਰ ਵੀ ਨਹੀਂ ਛਕਦੇ। ਸਵਾਰਥੀ ਲੋਕਾਂ ਦਾ ਤਾਂ ਲੋਕਾਈ ਦੀ ਅਗਿਆਨਤਾ ਦਾ ਫਾਇਦਾ ਚੁੱਕਣ ਲਈ ਮੌਕੇ ਦੀ ਭਾਲ ਵਿੱਚ ਹੀ ਰਹਿੰਦੇ ਹਨ। ਕੁਝ ਵੱਡੇ ਪਖੰਡੀ ਅਖੌਤੀ ਸੰਤ ਮਹਾਂਪੁਰਖ ਬਣਨ ਲਈ ਅਤੇ ਕੁਝ ਗੁਰਦੁਆਰਿਆਂ ਦੇ ਪ੍ਰਧਾਨ ਬਣਨ ਲਈ ਫੌਰੀ ਤੌਰ ਤੇ ਆਪਣੇ ਡੇਰੇ ਜਾਂ ਅਲੱਗ ਗੁਰਦੁਆਰੇ ਅਤੇ ਸੰਸਥਾਵਾਂ ਬਣਾਉਣ ਲੱਗ ਪੈਂਦੇ ਹਨ। ਅੱਗੇ ਦੀ ਜਾਤ ਪਾਤ ਵਿੱਚ ਗਲਤਾਨ ਸਮਾਜ ਆਪਣੀ ਕੌਮੀਅਤ ਜਾਂ ਭਾਈਚਾਰੇ ਦੇ ਨਾਂ ਤੇ ਉਹਨਾਂ ਦੇ ਮਗਰ ਲੱਗ ਤੁਰਦਾ ਹੈ, ਬਗੈਰ ਇਹ ਸੋਚੇ ਸਮਝੇ ਕਿ ਸਤਿਗੁਰੂ ਨੇ ਤਾਂ ਵੱਡਾ ਉਪਕਾਰ ਕਰਕੇ ਸਾਡੀ ਸਭ ਦੀ ਇੱਕ ਸਾਂਝੀ ਕੌਮ ਖਾਲਸਾ ਪੰਥ ਬਣਾ ਦਿੱਤੀ ਹੈ ਅਤੇ ਅਲੱਗ ਫਿਰਕੇ ਨੂੰ ਕੌਮ ਦਾ ਨਾਂ ਦੇ ਕੇ ਉਸ ਦੇ ਨਾਂ ਤੇ ਬਣਨ ਵਾਲੀ ਹਰ ਸੰਸਥਾ ਜਾਂ ਗੁਰਦੁਆਰਾ ਸਾਡੀ ਸਭ ਦੀ ਸਾਂਝੀ ਕੌਮ ਖਾਲਸਾ ਪੰਥ ਨੂੰ ਕਮਜ਼ੋਰ ਕਰਦਾ ਹੈ। ਇੱਥੇ ਇਹ ਦੱਸਣਾ ਵੀ ਜਾਇਜ਼ ਹੋਵੇਗਾ ਕਿ ਬ੍ਰਾਹਮਣ ਦੀ ਇਸ ਸਮਾਜ ਵਿੱਚ ਵੰਡੀਆਂ ਪਾਉਣ ਵਾਲੀ ਵਰਨ ਵੰਡ ਵਿਵਸਥਾ ਨੇ ਹੀ ਦੇਸ਼ ਨੂੰ ਤਕਰੀਬਨ 800 ਸਾਲ ਦੀ ਗੁਲਾਮੀ ਵੱਲ ਧੱਕ ਦਿੱਤਾ ਸੀ ਅਤੇ ਸਤਿਗੁਰ ਨੇ ਇਸ ਵਰਨ ਵੰਡ ਨੂੰ ਖਤਮ ਕਰਕੇ ਸਾਂਝੀ ਖਾਲਸਾ ਕੌਮ ਤਿਆਰ ਕਰਕੇ ਗੁਲਾਮੀ ਦੀਆਂ ਜੰਜੀਰਾਂ ਨੂੰ ਕੱਟਿਆ। ਅੱਜ ਸਾਨੂੰ ਸਭ ਨੂੰ ਇਹ ਸਮਝਣ ਦੀ ਲੋੜ ਹੈ ਕਿ ਬ੍ਰਾਹਮਣਵਾਦ ਰੂਪੀ ਅਜਗਰ ਦਾ ਮੁਕਾਬਲਾ ਇਕੱਠੇ ਹੋ ਕੇ ਵੱਡੀ ਤਾਕਤ ਬਣਾ ਕੇ ਹੀ ਕੀਤਾ ਜਾ ਸਕਦਾ ਹੈ। ਜੇ ਅਲੱਗ-ਅਲੱਗ ਕੌਮਾਂ ਜਾਂ ਊਚ ਨੀਚ ਦੇ ਭਰਮ ਵਿੱਚ ਖਾਲਸਾ ਪੰਥ ਵਿੱਚ ਪਾੜਾ ਪੈ ਗਿਆ ਤਾਂ ਇਹ ਬ੍ਰਾਹਮਣਵਾਦੀ ਅਜਗਰ ਸਿੱਖ ਕੌਮ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਪੂਰੀ ਤਰ੍ਹਾਂ ਨਿਗਲ ਜਾਣ ਲਈ ਤਤਪਰ ਹੈ। ਇਸ ਦਾ ਸਭ ਤੋਂ ਮਾੜਾ ਪ੍ਰਭਾਵ ਉਹਨਾਂ ਭਾਈਚਾਰਿਆਂ ਤੇ ਪਵੇਗਾ ਜੋ ਬ੍ਰਾਹਮਣ ਦੀਆਂ ਗਰਦਾਨੀਆਂ ਛੋਟੀਆਂ ਜਾਤਾਂ ਵਿੱਚੋਂ ਆਏ ਹਨ, ਕਿਉਂਕਿ ਉਹ ਮੁੜ ਤੋਂ ਬ੍ਰਾਹਮਣ ਦੀ ਉਸੇ ਮਾਨਸਿਕ ਗੁਲਾਮੀ ਵਿੱਚ ਚਲੇ ਜਾਣਗੇ ਜਿਨ੍ਹਾਂ ਚੋਂ ਸਤਿਗੁਰ ਨੇ ਉਹਨਾਂ ਨੂੰ ਸਦੀਆਂ ਦੀ ਕੋਸ਼ਿਸ਼ ਤੋਂ ਬਾਅਦ ਕੱਢਿਆ। ਸਭ ਤੋਂ ਵੱਡੀ ਜ਼ਿੰਮੇਵਾਰੀ ਸਿੱਖ ਕੌਮ ਉੱਤੇ ਹੈ ਕਿ ਆਪਣੇ ਸਤਿਗੁਰ ਦੇ ਬਖਸ਼ੇ ਸਿਧਾਂਤਾਂ ਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ ਇਸ ਜਾਤ ਪਾਤ ਊਚ ਨੀਚ ਦੇ ਕੋੜ ਨੂੰ ਪੂਰੀ ਤਰ੍ਹਾਂ ਹੂੰਝ ਕੇ ਸਿੱਖੀ ਦੇ ਨਿਰਮਲ ਵਿਹੜੇ ਚੋਂ ਦੂਰ ਸੁੱਟ ਦੇਵੇ, ਤਾਂ ਜੇ ਕੋਈ ਵੀ ਮੌਕਾ ਪ੍ਰਸਤ ਸਵਾਰਥੀ ਕੌਮ ਜਾਂ ਭਾਈਚਾਰੇ ਦੇ ਨਾਂ ਤੇ ਕਿਸੇ ਫਿਰਕੇ ਨੂੰ ਗੁੰਮਰਾਹ ਕਰਕੇ ਆਪਣੀ ਦੁਕਾਨਦਾਰੀ ਨਾ ਚਲਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਭੁੱਲਾਂ ਜੀ ਕੀ ਚੁੱਕਾਂ ਦੀ ਫਤਿਹ। ਮਾਫੀ ਜੀ। ਬਹੁਤ ਬਹੁਤ ਧੰਨਵਾਦ ਭੈਣ ਜੀ। ਬਹੁਤ ਲੰਬਾ ਤੁਹਾਡਾ ਇਹ ਵਿਸ਼ਾ ਹੈ ਐਕਚੁਅਲੀ, ਜਿੱਥੋਂ ਤੁਸੀਂ ਆਰੀਅਨ ਔਰ ਦਰਾਵੜ ਕਲਚਰ ਤੋਂ ਸ਼ੁਰੂ ਕੀਤਾ। ਇਹ ਬਹੁਤ ਲੰਬੀ ਬੈਕਗਰਾਉਂਡ ਹੈ। ਜੀ ਜੀ ਵੀਰ ਜੀ, ਫਿਰ ਹਾਂ ਟਾਈਮ ਹਾਂ, ਨਹੀਂ ਠੀਕ ਹੈ, ਨਹੀਂ ਦੈਟਸ ਆਈ ਐਪਰੀਸ਼ੀਏਟ ਕਿ ਤੁਸੀਂ ਆਪ ਜੀ ਨੇ ਬਹੁਤ ਬੈਕਗਰਾਉਂਡ ਨੂੰ ਲੈ ਕੇ ਪ੍ਰੈਜ਼ੈਂਟ ਤੇ ਲਿਆ ਹੈ। ਬਹੁਤ ਧੰਨਵਾਦ ਆਪ ਜੀ ਦਾ। ਬਹੁਤ ਸੋਹਣੇ ਸ਼ਬਦਾਂ ਵਿੱਚ ਆਪ ਜੀ ਨੇ ਇਸ ਨੂੰ ਲਿਆ ਹੈ। ਤੇ ਇੱਕ ਹਮੇਸ਼ਾ ਸਾਰਿਆਂ ਨੇ ਯਾਦ ਰੱਖਣਾ ਹੈ, ਬੁਲਾਰਿਆਂ ਨੇ, ਜਦੋਂ ਵੀ ਆਪ ਜੀ ਕਿਤੇ ਵੀ ਕੋਈ ਬੋਲਣ ਦਾ ਸਮਾਂ ਬਣੇ, ਜੋ ਆਪ ਜੀ ਦਾ ਸਬਜੈਕਟ ਹੋਵੇ ਉਹਦੀ ਸ਼ੁਰੂਆਤ ਫਤਿਹ ਤੋਂ ਬਾਅਦ ਗੁਰਬਾਣੀ ਤੋਂ ਕਰਨੀ ਹੈ। ਜੀ ਬਸ ਜੀ ਇਹ ਨੋਟ ਕਰ ਲਓ। ਜਿਵੇਂ ਜੀ ਅੱਜ ਦਾ ਸ਼ਬਦ ਜਾਤ ਪਾਤ ਸੀ ਤਾਂ ਉਹਦੇ ਉੱਪਰ ਆਪ ਜੀ ਕੋਈ ਵੀ ਐਗਜ਼ਾਮਪਲ ਬਾਣੀ ਦੀ ਜੀ ਲੈ ਸਕਦੇ ਜੀ ਸੀ। ਵੀਰ ਜੀ, ਜਾਤ ਕਾ ਗਰਬ ਨਾ ਕਰਿਓ ਕੋਈ, ਜਾਂ ਜੀ ਵੀਰ ਜਾਤ ਜੀ, ਕਾ ਗਰਬ ਨਾ ਕਰ ਮੂਰਖ ਵਾ। ਤਾਂ ਇੱਥੋਂ ਗੁਰਬਾਣੀ ਤੋਂ ਸ਼ੁਰੂ ਕਰਕੇ ਗੁਰਬਾਣੀ ਤੇ ਖਤਮ ਕਰਨ ਦਾ ਯਤਨ ਅਸੀਂ ਅਭਿਆਸ ਕਰਨਾ ਹੈ। ਬਹੁਤ ਜੀ ਵੀਰ ਜੀ। ਧੰਨਵਾਦ ਹੈ ਭੈਣ ਜੀ। ਤੇ ਇਸ ਤੋਂ ਬਾਅਦ ਕਿਸੇ ਦਾ ਹੈਂਡ ਰੇਜ਼ ਹੋਵੇ ਤਾਂ ਸਵਾਲ ਕੋਈ ਆਪ ਕਰ ਸਕਦੇ ਹੋ, ਚਾਹੇ 35 ਦੇ ਇਹਨਾਂ ਲੈਕਚਰ ਦੋਨਾਂ ਭੈਣਾਂ ਦੇ ਤੇ 10 ਦੇ, ਜਾਂ ਕਿਸੇ ਨੇ ਪਲੱਸ ਮਾਈਨਸ ਕਰਨਾ ਹੈ ਤਾਂ ਉਹ ਵੀ ਆਪ ਜੀ ਕਰ ਸਕਦੇ ਹੋ।